ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਹੌਲੀ ਹੌਲੀ ਅਸੀਂ ਪੜ੍ਹਦੇ ਅਸੀਂ ਕੰਮ ਸ਼ੁਰੂ ਕੀਤਾ, ਪੋਰਟਰੇਟਸ ਸ਼ੁਰੂ ਕੀਤੇ, ਛੋਟੇ ਲੈਵਲ 'ਤੇ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਅਸੀਂ ਇੰਡੀਆਜ਼ ਗੋਟ ਟੈਲੈਂਟ ਲਈ ਵੀ ਤਿਆਰੀ ਕੀਤੀ ਸੀਗੀ। ਅੱਛਾ, ਹਾਂਜੀ, ਅਸੀਂ ਉੱਥੇ ਗਏ ਹਾਂ ਅਤੇ ਉੱਥੇ ਪਰਫੋਰਮ ਵੀ ਕੀਤਾ ਆ। ਤਾਂ ਹੌਲੀ ਹੌਲੀ ਅਸੀਂ ਫਿਰ ਗੌਰਮੈਂਟ ਕੰਮਸ 'ਚ ਆਏ ਹਾਂ ਅਤੇ ਸਾਨੂੰ ਟੈਂਡਰਸ ਵਗੈਰਾ ਮਿਲੇ ਆ। ਕਿਲ੍ਹਾ ਮੁਬਾਰਕ 'ਚ ਵੀ ਕੰਮ ਕੀਤਾ। ਉੱਥੋਂ ਸਾਡੇ ਪੇਰੈਂਟਸ ਨੇ ਕਨਵਿੰਸ ਹੋਣਾ ਸ਼ੁਰੂ ਹੋ ਗਿਆ। ਜਿਹੜੇ ਪੁਰਾਣੇ ਉਹਨਾਂ ਦੀ ਸੋਚ ਸੀ ਉੱਥੋਂ ਉਹਨਾਂ ਦੀ ਚੇਂਜ ਹੋਈ। ਤੁਹਾਨੂੰ ਕਿਉਂ ਲੱਗਿਆ ਕਿ ਪੰਜਾਬ 'ਚ ਆਰਟ ਦਾ ਸਕੋਪ ਬਹੁਤ ਜ਼ਿਆਦਾ? ਸਾਨੂੰ 40-40 ਫੁੱਟ ਉੱਪਰ ਖੜ੍ਹ ਕੇ ਵੀ ਕੰਮ ਕਰਨਾ ਪਿਆ ਆ, ਵੀ ਚੜ੍ਹਨਾ ਉਤਰਨਾ ਰਿਸਕੀ ਬਹੁਤ ਹੋ ਜਾਂਦਾ ਹੈ। ਅਤੇ ਅਸੀਂ ਕੀਤਾ, ਫਿਰ ਵੀ ਸਾਨੂੰ ਕਹਿੰਦੇ ਨਹੀਂ, ਸਿੱਖਣਾ ਤਾਂ ਬਹੁਤ ਸਾਰੇ ਤੁਹਾਨੂੰ ਸੈਕਰੀਫਾਈਸਿਸ ਕਰਨੇ ਪੈਣੇ ਆ, ਡਰ ਖਤਮ ਕਰਨਾ ਪੈਣਾ। ਜਿਹੜਾ ਤੁਹਾਡੇ ਦੋਵਾਂ ਦੀ ਕੰਪਨੀ ਦਾ ਨਾਮ ਆ ਰੰਗ ਟੋਲਾ, ਉਹ ਵੀ ਬਹੁਤ ਸੋਹਣਾ। ਇਹ ਤੁਸੀਂ ਕਿਵੇਂ ਡਿਸਾਈਡ ਕੀਤਾ ਸੀਗਾ? ਅਤੇ ਦੂਸਰੀ ਗੱਲ, ਇਹਦਾ ਮਤਲਬ ਕੀ ਹੋਇਆ? ਲੋਕਾਂ ਨੇ ਵੀ ਕਿਹਾ ਤੁਸੀਂ ਜਦੋਂ ਤੱਕ ਤੁਹਾਡਾ ਵਿਆਹ ਨਹੀਂ ਹੁੰਦਾ ਤੁਸੀਂ ਉਦੋਂ ਤੱਕ ਤਾਂ ਕਰ ਲਓਗੀਆਂ, ਉਸ ਤੋਂ ਬਾਅਦ ਕਿਵੇਂ ਇਹਨੂੰ ਕੰਟੀਨਿਊ ਕਰਨਾ? ਇਹ ਨਹੀਂ ਹੋਣਾ। ਅਸੀਂ ਉੱਥੇ ਕੰਮ ਕੀਤਾ, ਮਤਲਬ ਗਰਮੀ ਦੇ ਵਿੱਚ, ਪੂਰੀ ਗਰਮੀ ਦੇ ਵਿੱਚ ਲੱਗੇ ਰਹਿੰਦੇ ਅਸੀਂ। ਬਟ ਉੱਥੇ ਸਾਨੂੰ ਉਹਨਾਂ ਨੇ ਇਹ ਵੀ ਹੈਲਪ ਨਹੀਂ ਕਿ ਸਾਡੀ ਪੇਮੈਂਟ ਵੀ ਨਹੀਂ ਕੀਤੀ। ਤੁਹਾਨੂੰ ਲੱਗਦਾ ਹੈ ਕਿ ਪੰਜਾਬ 'ਚ ਰੁਝਾਨ ਹੈਗਾ ਕਿ ਜਿੱਥੇ ਤੁਸੀਂ ਜਾ ਕੇ ਆਪਣਾ ਕੰਮ ਦਿਖਾ ਸਕਦੇ ਹੋ ਜਾਂ ਕਰ ਸਕਦੇ ਹੋ? ਇੰਨੇ ਕਿ ਆਰਟਿਸਟਾਂ ਨੂੰ ਕੰਮ ਮਿਲੂਗਾ ਉਹਨਾਂ ਕੰਮ ਕਰਕੇ ਕਿ ਉਹਨਾਂ ਨੂੰ ਲਾਈਫ ਟਾਈਮ ਕੰਮ ਕਿਤੇ ਹੋਰ ਲੈਣ ਦੀ ਲੋੜ ਨਹੀਂ। ਆਪਣਾ ਇੱਥੇ ਦੀ ਵਾਈਟ ਵਾਸ਼ ਹੋ ਰਿਹਾ ਪੁਰਾਣੇ ਕੰਮ 'ਤੇ, ਬਿਲਕੁਲ ਹੀ ਉਹਨੂੰ ਖ਼ਤਮ ਕੀਤਾ ਜਾ ਰਿਹਾ ਹੈ। ਅਤੇ ਸਾਨੂੰ ਬਹੁਤ ਦੁੱਖ ਹੁੰਦਾ ਕਿ ਨਵਾਂ ਕਰ ਰਹੇ ਹਾਂ, ਬਟ ਜਿਹੜਾ ਪੁਰਾਣਾ ਕੰਮ ਇੰਨਾ ਪਿਆ ਆ ਉਹਨੂੰ ਵਾਈਟ ਵਾਸ਼ ਨਹੀਂ ਕੀਤਾ ਜਾਣਾ ਚਾਹੀਦਾ ਆ। ਗਿੱਲੇ ਦੇ ਉੱਪਰ ਗਿੱਲੇ 'ਚ ਕੰਮ ਕਰਨਾ ਪੈਂਦਾ। ਇਹ ਕਲਰਸ ਬਣਾਉਣ ਲਈ ਖੁਦ ਪੱਥਰਾਂ ਨੂੰ ਪੀਸਣਾ ਪੈਂਦਾ, ਖੁਦ ਰੈਡੀ ਕਰਨੇ ਪੈਂਦੇ ਕਲਰਸ। ਉਹਨਾਂ ਨੂੰ ਕਾਫੀ ਲੰਬਾ ਪ੍ਰੋਸੈਸ ਹੁੰਦਾ ਅਤੇ ਸਾਨੂੰ ਉਹ ਚੀਜ਼ਾਂ ਸਿੱਖਣ ਨੂੰ ਮਿਲੀਆਂ ਸੀ ਕਿਲੇ 'ਚ ਜਦੋਂ ਕੰਮ ਕੀਤਾ। ਸਟੱਡੀ ਟਾਈਮ ਇਹ ਚੀਜ਼ਾਂ ਕੋਈ ਨਹੀਂ ਦੱਸਦਾ। ਇਹ ਸਾਨੂੰ ਨੌਲੇਜ ਤਾਂ ਉਹ ਪੁਰਾਣੇ ਕੰਮ ਨੂੰ ਦੇਖ ਕੇ ਮਿਲਿਆ। ਜੇ ਉਹ ਕੰਮ ਚਲਾ ਗਿਆ ਅਤੇ ਪੁਰਾਣਾ ਆਪਣੇ ਪੰਜਾਬ ਦੀ ਜਿਹੜੀ ਹਿਸਟਰੀ ਹੈ ਜਾਂ ਆਰਟ ਸੀਗਾ ਉਹ ਬਿਲਕੁਲ ਖ਼ਤਮ ਹੋ ਜਾਣਾ, ਅਤੇ ਆਪਣੇ ਲਈ ਉਹ ਬਹੁਤ ਚੰਗੀ ਗੱਲ ਨਹੀਂ ਹੈਗੀ। ਇੱਕ ਆਰਟਿਸਟ ਲਈ ਬਹੁਤ ਬੁਰੀ ਗੱਲ ਹੋਊਗੀ। ਜਿਹੜੇ ਪੁਰਾਣੇ ਟਾਈਮ 'ਚ ਕੰਮ ਹੋਏ ਆ, ਬਹੁਤ ਲੰਬਾ ਟਾਈਮ ਚੱਲਦੇ ਸੀ ਕੰਮ, ਉਨੀ ਹੀ ਮਜ਼ਬੂਤੀ ਵਾਲੇ। ਅੱਜ ਤਾਂ ਹੀ ਆਪਾਂ ਕਹਿ ਦਿੰਦੇ ਕਿਲ੍ਹਾ 400 ਸਾਲ ਪੁਰਾਣਾ, 500 ਸਾਲ ਪੁਰਾਣਾ ਨਾ। ਆਪਣੇ ਘਰ ਨਹੀਂ 50 ਸਾਲ ਵੀ ਨਹੀਂ ਕੱਟਦੇ ਹੋਣਗੇ। ਇੰਨੀਆਂ ਮਜ਼ਬੂਤ ਕੰਧਾਂ ਅੱਜ ਵੀ ਕਿਵੇਂ ਨੇ, ਤੇ ਹੁਣ ਦੀਆਂ ਕੰਧਾਂ ਇੰਨੀ ਮਜ਼ਬੂਤ ਨਹੀਂ ਹੈਗੀਆਂ। ਕਿਉਂ? ਤੇ ਹੁਣ ਉਦੋਂ ਕਿਲੇ ਨੇ ਠੰਡੇ ਹੁੰਦੇ ਸੀਗੇ, ਹੁਣ ਦੇ ਘਰ ਇੰਨੇ ਗਰਮ ਕਿਉਂ ਹੋ ਜਾਂਦੇ ਆ? ਪੰਜਾਬ 'ਚ ਇਹੋ ਜਿਹਾ ਕੰਮ ਕਰਨ ਵਾਲੇ ਕਿੰਨੇ ਕੁ ਲੋਕ ਨੇ, ਜਾਂ ਉਹਨਾਂ ਦਾ ਲਾਈਫ ਉਹਨਾਂ ਦੀ ਕਿਵੇਂ ਦੀ ਰਹੀ? ਉਹਨਾਂ ਨੂੰ ਪੰਜਾਬ 'ਚ ਕਿਵੇਂ ਦੀ ਸਪੋਰਟ ਮਿਲੀ? ਉਹਨਾਂ ਨੇ ਦਰਬਾਰ ਸਾਹਿਬ 'ਚ ਵੀ ਕੰਮ ਕੀਤਾ। ਉਹਨਾਂ ਨੇ ਸਾਨੂੰ ਕਾਫੀ ਕੁਝ ਸਿਖਾਇਆ। ਉਹਨਾਂ ਨੇ ਕਾਫੀ ਹੈਲਪ ਕੀਤੀ ਵੀ ਕਿਸ ਤਰ੍ਹਾਂ ਪੁਰਾਣੇ ਟਾਈਮ 'ਚ ਕੰਮ ਹੁੰਦਾ ਸੀਗਾ। ਉਹਨਾਂ ਨੇ ਕੰਮ ਕੀਤੇ, ਪਰ ਇਹੀ ਆਪਣੇ ਦਿੱਕਤ ਇਹੀ ਆਉਂਦੀ ਹੈ ਕਿ ਆਰਟਿਸਟ ਨੂੰ ਮੌਕਾ ਘੱਟ ਮਿਲਦਾ ਅੱਗੇ ਆਉਣ ਦਾ। ਉਦੋਂ ਯੂਜ਼ ਹੁੰਦਾ ਦਾਲਾਂ ਦਾ ਪਾਣੀ ਯੂਜ਼ ਹੁੰਦਾ ਸੀਗਾ, ਗੁੜ ਦਾ ਪਾਣੀ ਯੂਜ਼ ਹੁੰਦਾ ਸੀਗਾ। ਹਾਂਜੀ, ਇਹਨਾਂ ਨਾਲ ਜਿਹੜੇ ਸੀਗੇ ਇਹਦੀ ਲਿਪਾਈ ਹੁੰਦੀ ਸੀਗੀ, ਜਿਹਦੇ ਕਰਕੇ ਇਹਨਾਂ ਦੀ ਕੰਧਾਂ ਦੀ ਮਜ਼ਬੂਤੀ ਹਜ਼ਾਰਾਂ ਸਾਲ ਬਣੀ ਰਹਿੰਦੀ ਸੀਗੀ ਅਤੇ ਘਰ ਠੰਡੇ ਹੁੰਦੇ ਸੀਗੇ। ਤਾਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਇੱਥੇ ਕੰਮ ਕੌਣ ਕਰਕੇ ਗਿਆ, ਕਿਵੇਂ ਕਰਕੇ ਗਿਆ। ਕੰਪਨੀਜ਼ ਆਪਣੇ ਹਿਸਾਬ ਨਾਲ ਕਰਵਾ ਲੈਂਦੀਆਂ। ਗੌਰਮੈਂਟ ਵੱਲੋਂ ਟੈਂਡਰ ਜ਼ਿਆਦਾ ਪਾਸ ਹੁੰਦਾ, ਘੱਟ ਪੈਸੇ ਲਗਾ ਕੇ ਆਰਟਿਸਟ ਤੋਂ ਉਸ ਤਰ੍ਹਾਂ ਦਾ ਕੰਮ ਕਰਵਾ ਲੈਂਦੀਆਂ। ਇੰਸਟਾਗ੍ਰਾਮ 'ਤੇ ਹੋਰ 'ਤੇ ਕੰਮ ਲੋਕ ਕਹਿੰਦੇ ਸਾਡਾ ਇਹ ਕੰਮ ਕਰ ਦਿਓ, ਤੁਹਾਡੀ ਪੈਨਸਿਲ ਹੀ ਤਾਂ ਲੱਗਣੀ ਆ। ਹਰ ਕਿਸੇ ਨੂੰ ਪਤਾ ਕਿ ਟੈਂਡਰ ਪਾਸ ਕਿੰਨੇ ਦਾ ਹੁੰਦਾ ਅਤੇ ਇੱਕ ਆਰਟਿਸਟ ਕੋਲ ਜਾਂਦਾ ਕਿੰਨੇ 'ਚ ਆ। ਅਤੇ ਜੇ ਉਹ ਆਰਟਿਸਟ ਕੋਲ ਹੀ ਜਾਊਗਾ, ਆਈ ਬਿਲੀਵ ਕਿ ਉਹ ਹਾਫ ਰੇਟ 'ਚ ਕੰਮ ਹੋਊਗਾ ਅਤੇ ਉਹ ਤੋਂ 10 ਗੁਣਾ ਵੱਧ ਸੋਹਣਾ ਕੰਮ ਹੋਊਗਾ। ਪੁਰਾਣੇ ਜਿਹੜੇ ਉਹ ਕਲਰਸ ਬਹੁਤ ਜ਼ਿਆਦਾ ਕੋਸਟਲੀ ਪੈ ਜਾਂਦੇ, ਮਤਲਬ 50,000 ਦੇ ਕਿਲੋ ਦੇ ਆਸ-ਪਾਸ ਇੰਨਾ ਕਲਰ ਕੋਸਟਲੀ ਪੈ ਜਾਂਦਾ ਉਹ ਤਾਂ। ਅਤੇ ਉਹਨਾਂ ਨੂੰ ਤਿਆਰ ਕਰਨ 'ਚ ਵੀ ਬਹੁਤ ਜ਼ਿਆਦਾ ਲੰਬਾ ਟਾਈਮ ਚਲਾ ਜਾਂਦਾ। ਜੇ ਉਹ ਵਾਲੇ ਕਲਰਸ ਮੋਸਟਲੀ ਅੱਜ ਕੱਲ੍ਹ ਪੰਜਾਬ ਜਾਂ ਇੰਡੀਆ ਦੇ ਵਿੱਚ ਉੱਥੇ ਹੀ ਯੂਜ਼ ਕਰ ਰਹੇ ਆ ਲੋਕ, ਜਿੱਥੇ ਪੁਰਾਣੇ ਕੰਮ ਨੂੰ ਸਹੀ ਕਰਨਾ ਹੁੰਦਾ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਠੀਕ ਠਾਕ ਹੋਵੋਗੇ। ਬੀ ਸੋਸ਼ਲ ਦੀ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਦੋ ਨਿੱਕੀਆਂ ਭੈਣਾਂ ਹੋਣਗੀਆਂ ਜਿਨ੍ਹਾਂ ਕੋਲੇ ਕਮਾਲ ਦੀ ਹੱਥ ਕਲਾ ਅਤੇ ਇਸੇ ਕਲਾ ਦੇ ਨਾਲ ਉਹ ਇਮਾਰਤਾਂ ਨੂੰ ਸ਼ਾਨਦਾਰ ਇਮਾਰਤਾਂ ਵਿੱਚ ਤਬਦੀਲ ਕਰਨ ਦਾ ਕੰਮ ਕਰਦੀਆਂ ਨੇ, ਨਾਇਆਬ ਇਤਿਹਾਸਕ ਤਸਵੀਰਾਂ ਨੂੰ ਰੀਸਟੋਰ ਕਰਨ ਦਾ ਕੰਮ ਕਰਦੀਆਂ ਨੇ। ਫਨਕਾਰੀ ਕੌਰ
ਮਾਇਰਾ ਅੱਜ ਸਾਡੇ ਨਾਲ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜੋ ਉਹ ਕੰਮ ਕਰਦੀਆਂ ਨੇ, ਜੋ ਕਲਾ ਦਿਖਾਉਂਦੀਆਂ ਨੇ, ਤਾਂ ਉਸ ਕਲਾ ਨੂੰ ਬੇਸਿਕਲੀ ਕਹਿੰਦੇ ਕੀ ਨੇ, ਤਾਂ ਉਹ ਕਿੱਥੋਂ ਸਿੱਖ ਕੇ ਆਈਆਂ ਨੇ ਅਤੇ ਕਿਵੇਂ ਇਸ ਕੰਮ 'ਚ ਅੱਗੇ ਵਧ ਰਹੀਆਂ ਨੇ, ਇਹ ਸਾਰਾ ਆਪਾਂ ਉਹਨਾਂ ਤੋਂ ਜਾਣਾਂਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੋਵਾਂ ਨੂੰ। ਜੀ ਆਇਆਂ ਨੂੰ। ਥੈਂਕ ਯੂ। ਕਿਵੇਂ ਹੋ ਤੁਸੀਂ ਦੋਵੇਂ? ਬਹੁਤ ਵਧੀਆ। ਤੁਸੀਂ ਮੋਗੇ ਤੋਂ? ਹਾਂਜੀ ਮੈਂ ਤੇ ਮਾਇਰਾ ਤੁਸੀਂ ਅਮਲੋਹ ਤੋਂ? ਹਾਂਜੀ। ਤੇ ਪਹਿਲਾਂ ਤਾਂ ਤੁਹਾਨੂੰ ਇਹ ਦੱਸੋ ਕਿ ਤੁਹਾਡੀ ਬਹੁਤ ਛੋਟੀ ਉਮਰ ਲੱਗ ਰਹੀ ਹੈ ਦੇਖਣ ਨੂੰ, ਤੇ ਤੁਸੀਂ ਕੀ ਪੜ੍ਹਾਈ ਕੀਤੀ ਹੋਈ ਆ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਕੰਮ ਵੱਲ ਕਿਵੇਂ ਵਧੇ? ਸਾਡੇ ਐਮਏ ਫਾਈਨ ਆਰਟਸ ਕੀਤੀ ਹੋਈ ਆ ਤੇ ਕਾਫੀ ਟਾਈਮ ਤੋਂ ਪਹਿਲਾਂ ਤੋਂ ਇੰਟਰਸਟ ਸੀ ਪੇਂਟਿੰਗ ਦੇ ਵਿੱਚ। ਹੌਲੀ ਹੌਲੀ ਜਿਵੇਂ ਬੀਏ ਕੀਤੀ, ਫਿਰ ਐਮਏ 'ਚ ਆਏ। ਐਮਏ 'ਚ ਆ ਕੇ ਮਿਨੀਏਚਰ ਸਬਜੈਕਟ ਚੂਜ਼ ਕੀਤਾ, ਤਾਂ ਉਸ ਤੋਂ ਬਾਅਦ ਥੋੜਾ ਥੋੜਾ ਉਸ ਦੇ ਬਾਰੇ ਹੋਰ ਸਰਚ ਕਰਨੀ ਸ਼ੁਰੂ ਕੀਤੀ ਵੀ ਇਹ 'ਚ ਪੁਰਾਣੇ ਟਾਈਮ 'ਚ ਕਿਵੇਂ ਕੰਮ ਹੁੰਦਾ ਸੀ। ਉਸ ਤਰ੍ਹਾਂ ਹੀ ਇੰਟਰਸਟ ਹੋਰ ਵੱਧਦਾ ਗਿਆ। ਆਪਣੇ ਕਿਲੇ 'ਚ ਕੰਮ ਕੀਤਾ, ਉੱਥੋਂ ਹੋਰ ਕੁਝ ਸਿੱਖਣ ਨੂੰ ਮਿਲਿਆ ਸਾਨੂੰ। ਪੁਰਾਣੇ ਟਾਈਮ 'ਚ ਕਲਰਸ ਕਿਵੇਂ ਤਿਆਰ ਹੁੰਦੇ ਸੀ, ਜਾਂ ਜੇ ਕਿਸ ਟੈਕਨੀਕ ਨਾਲ ਕੰਮ ਹੁੰਦਾ ਸੀ, ਕਿਵੇਂ ਡਰਾਇੰਗ ਕੀਤੀ ਜਾਂਦੀ ਸੀ, ਉਹ ਸਾਰਾ ਹੌਲੀ ਹੌਲੀ ਸਿੱਖਣ ਨੂੰ ਮਿਲਿਆ ਸਾਨੂੰ, ਤੇ ਉਸ ਨੂੰ ਅੱਗੇ ਅਸੀਂ ਕੰਟੀਨਿਊ ਕਰ ਰਹੇ ਹਾਂ। ਜਿਵੇਂ ਇਹ ਪ੍ਰੋਗਰਾਮ ਆਪਣਾ ਪਿੰਡਾਂ 'ਚ ਵੀ ਲੋਕ ਦੇਖਦੇ ਨੇ, ਆਪਾਂ ਤਾਂ ਚਲੋ ਹੁਣ ਕਾਲਜ ਯੂਨੀਵਰਸਿਟੀਆਂ ਤੱਕ ਆ ਗਏ, ਜਾਂ ਉਹਨਾਂ ਘਰਾਂ ਦੇ ਨਿਆਣੇ ਵੀ ਪੜ੍ਹੇ ਲਿਖੇ ਹੋ ਗਏ, ਤਾਂ ਉਹਨਾਂ ਨੂੰ ਪਤਾ ਮਿਨੀਏਚਰ ਆਰਟ ਕੀ ਹੁੰਦੀ ਆ, ਫਾਈਨ ਆਰਟ ਕੀ ਹੁੰਦਾ। ਪਰ ਸਾਡੇ ਉਹ ਬਜ਼ੁਰਗ ਜਿਹੜੇ ਕਿ ਸਕੂਲਾਂ ਕਾਲਜਾਂ ਤੱਕ ਨਹੀਂ ਪਹੁੰਚੇ, ਪਰ ਉਹਨਾਂ ਨੂੰ ਪਤਾ ਵੀ ਇਹ ਕੀ ਚੀਜ਼ ਆ, ਤੇ ਉਹਨਾਂ ਨੂੰ ਜੇ ਆਪਾਂ ਸੌਖੇ ਸ਼ਬਦਾਂ 'ਚ ਮਾਇਰਾ ਦੱਸਣਾ ਹੋਵੇ ਕਿ ਤੁਸੀਂ ਕੀ ਕੰਮ ਕਰਦੇ ਹੋ? ਐਕਚੁਅਲੀ ਆਪਣੇ ਪਿੰਡਾਂ 'ਚ ਜੇ ਆਪਣੀ ਲੇਡੀਜ਼ ਘਰ ਨੂੰ ਪਹਿਲਾਂ ਆਪ ਹੀ ਆਪਣੇ ਜਿਹੜੇ ਚੀਜ਼ਾਂ ਹੁੰਦੀਆਂ ਸੀਗੀਆਂ ਨਾ, ਗੇਰੂਆ ਵਗੈਰਾ, ਉਹਨਾਂ ਨਾਲ ਆਰਟ ਕਰਦੀਆਂ ਸੀਗੀਆਂ, ਤੇ ਉਹ ਜਿਨ੍ਹਾਂ ਨੂੰ ਇੰਟਰਸਟ ਸੀਗਾ ਉਹਨਾਂ ਨੂੰ ਤਾਂ ਸਮਝਾਉਣਾ ਬਹੁਤ ਸੌਖਾ ਹੈ ਨਾ ਕਿ ਹਾਂ ਆਪਾਂ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ ਜਾਂ ਕੁਛ ਵੀ ਹੈ ਨਾ। ਤੇ ਉਹਨਾਂ ਨੂੰ ਸਮਝਾਉਣਾ ਹੈ ਕਿ ਹਾਂ, ਇੱਕ ਕਨਵਿੰਸ ਕਰਨਾ ਇੱਕ ਵਾਰੀ ਤਾਂ ਆਪਾਂ ਜੇ ਉਸ ਫੀਲਡ 'ਚ ਜੇ ਕਹੀਏ ਕਿ ਕੁੜੀਆਂ ਨੇ ਇਸ ਫੀਲਡ 'ਚ ਜਾਣਾ ਆ ਨਾ, ਤੇ ਥੋੜ੍ਹਾ ਮੁਸ਼ਕਿਲ ਆ, ਕਿਉਂਕਿ ਮੈਂ ਵੀ ਮੇਰੇ ਪੇਰੈਂਟਸ ਨੂੰ, ਕਿਉਂਕਿ ਉਹਨਾਂ ਦੀ ਸੋਚ ਉਹੀ ਪੁਰਾਣੀ ਆ ਕਿ ਨਹੀਂ ਆਰਟ 'ਚ ਅੱਗੇ ਕਿਵੇਂ ਜਾ ਸਕਦੇ ਆ, ਆਰਟ 'ਚ ਤਾਂ ਕੋਈ ਸਕੋਪ ਹੀ ਨਹੀਂ ਆ, ਜਾਂ ਤੁਸੀਂ ਇੰਗਲਿਸ਼ 'ਚ ਕੁਛ ਕਰੋ ਜਾਂ ਮੈਥ 'ਚ ਕੁਛ ਕਰੋ ਜਾਂ ਸਾਇੰਸ 'ਚ ਕੁਛ ਕਰੋ, ਉਹਨਾਂ ਲਈ ਉਹੀ ਚੀਜ਼ ਆ। ਤੇ ਮੇਰੇ ਲਈ ਕਨਵਿੰਸ ਕਰਨਾ ਬਹੁਤ ਮੁਸ਼ਕਿਲ ਸੀਗਾ। ਹਾਂ, ਮੈਨੂੰ ਇੰਟਰਸਟ ਬਚਪਨ ਤੋਂ ਹੀ ਸੀਗਾ, ਤੇ ਮੈਂ ਡਰਾਇੰਗਸ ਬਹੁਤ ਕਰਦੀ ਸੀਗੀ, ਤੇ ਮੈਂ ਪਹਿਲਾਂ ਪੋਰਟਫੋਲੀਓ ਆਪਦੇ ਪੇਰੈਂਟਸ ਨੂੰ ਕਨਵਿੰਸ ਕਰਨ ਲਈ ਬਣਾਇਆ ਸੀਗਾ। ਮੇਰਾ ਸਭ ਤੋਂ ਪਹਿਲਾ ਪੋਰਟਫੋਲੀਓ ਹੀ ਸੀਗਾ। ਮੈਂ ਮੇਰੇ ਦਾਦਾ ਜੀ ਨੂੰ, ਮੇਰੇ ਡੈਡੀ ਨੂੰ ਮੈਂ ਕਿਹਾ ਮੈਂ ਇਹ ਕੰਮ 'ਚ ਜਾਣਾ ਆ, ਪਲੀਜ਼ ਤੁਸੀਂ ਮੇਰਾ ਪੋਰਟਫੋਲੀਓ ਵੇਖੋ ਨਾ। ਤੇ ਉਹਨਾਂ ਨੇ ਪੋਰਟਫੋਲੀਓ ਮੇਰਾ ਵੇਖਿਆ, ਕਹਿੰਦੇ ਬਹੁਤ ਮੁਸ਼ਕਿਲ ਨਾਲ ਉਹ ਕਨਵਿੰਸ ਹੋਇਆ। ਤੇ ਕਨਵਿੰਸ ਹੋਣ ਤੋਂ ਬਾਅਦ ਚਲੋ ਮੈਂ ਸਟੱਡੀ ਕਰ ਲਈ। ਸਟੱਡੀ ਤੋਂ ਬਾਅਦ ਉਹਨਾਂ ਨੂੰ ਆਏ ਸੀਗਾ ਕਿ ਠੀਕ ਆ, ਸਟੱਡੀ ਤੱਕ ਠੀਕ ਆ, ਉਸ ਤੋਂ ਬਾਅਦ ਇਸ 'ਚ ਸਕੋਪ ਕੀ ਹੈ, ਕੋਈ ਜੋਬ ਨਹੀਂ ਹੈ, ਜਾਂ ਜੋਬ ਹੈ ਤਾਂ ਟੀਚਰ ਦੀ ਜੋਬ ਹੈ, ਤੁਸੀਂ ਉਹ ਕਰ ਸਕਦੇ ਹੋ। ਬਟ ਮੇਰਾ ਜੋਬ 'ਚ ਇੰਟਰਸਟ ਕਦੇ ਵੀ ਨਹੀਂ ਸੀਗਾ। ਮੈਨੂੰ ਆਏ ਸੀ ਮੈਂ ਫਰੀਲਾਂਸ ਵਰਕ ਕਰਾਂ, ਤੇ ਜਿਹੜਾ ਮੈਨੂੰ ਇੰਟਰਸਟ ਹੈ ਮੈਂ ਉਹਨੂੰ ਅੱਗੇ ਲੈ ਕੇ ਆਵਾਂ। ਸੋ ਮੈਂ ਹੌਲੀ ਹੌਲੀ ਅਸੀਂ ਪੜ੍ਹਦੇ ਹੀ ਅਸੀਂ ਕੰਮ ਸ਼ੁਰੂ ਕੀਤਾ, ਪੋਰਟਰੇਟਸ ਸ਼ੁਰੂ ਕੀਤੇ, ਛੋਟੇ ਲੈਵਲ 'ਤੇ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਅਸੀਂ ਇੰਡੀਆਜ਼ ਗੋਟ ਟੈਲੈਂਟ ਲਈ ਵੀ ਤਿਆਰੀ ਕੀਤੀ ਸੀਗੀ। ਅੱਛਾ। ਹਾਂਜੀ, ਅਸੀਂ ਉੱਥੇ ਗਏ ਹਾਂ ਅਤੇ ਉੱਥੇ ਪਰਫੋਰਮ ਵੀ ਕੀਤਾ ਆ। ਉਸ ਤੋਂ ਬਾਅਦ ਅਸੀਂ ਥੋੜ੍ਹਾ ਤੋਂ ਬਾਹਰ ਆ ਕੇ ਨਿਕਲੇ, ਅਤੇ ਉਸ ਤੋਂ ਬਾਅਦ ਸਮਝ ਨਹੀਂ ਆਇਆ ਹੁਣ ਕੀ ਕਰੀਏ, ਹੈ ਨਾ। ਮਤਲਬ ਫਰੀਲਾਂਸ ਵਰਕ ਕਰਨਾ ਤਾਂ ਤੁਹਾਨੂੰ ਉਹਦੇ ਲਈ ਕੁਛ ਚਾਹੀਦਾ ਹੈ ਨਾ, ਕਿ ਤੁਹਾਨੂੰ ਕੋਈ ਸਪੋਰਟ ਕਰਨ ਵਾਲਾ ਚਾਹੀਦਾ ਆ। ਸੋ ਅਸੀਂ ਸਭ ਤੋਂ ਪਹਿਲਾਂ DC ਆਫਿਸ ਗਏ। ਅਸੀਂ ਉਹਨਾਂ ਨੂੰ ਕਿਹਾ ਕਿ ਸਰ ਅਸੀਂ ਇਸ ਚੀਜ਼ 'ਚ ਕੁਛ ਕਰਨਾ ਆ, ਅਤੇ ਸਾਨੂੰ ਤੁਸੀਂ ਪਲੀਜ਼ ਇੱਕ ਵਾਲ ਦੇ ਦਿਓ, ਅਸੀਂ ਤੁਹਾਡੇ ਤੋਂ ਕੁਛ ਲੈਣਾ ਨਹੀਂ, ਮਤਲਬ 1 ਰੁਪਇਆ ਵੀ ਨਹੀਂ ਲੈਣਾ, ਸਾਨੂੰ ਵਾਲ ਦੇ ਦਿਓ, ਫਲਾਈਓਵਰ 'ਤੇ ਦਿਓ, ਤਾਂ ਕਿ ਲੋਕਾਂ ਨੂੰ ਸਾਡਾ ਕੰਮ ਦਿਖੇ, ਅਤੇ ਉੱਥੇ ਲੋਕ ਕਨਵਿੰਸ ਹੋਵੇ, ਹੈ ਨਾ, ਵੀ ਕਿਵੇਂ ਅੱਛਾ ਇਸ ਤਰ੍ਹਾਂ ਦਾ ਵੀ ਕੰਮ ਹੁੰਦਾ ਆ। ਅਤੇ ਉਹ ਕਹਿੰਦੇ ਚਲੋ ਠੀਕ ਹੈ, ਤੁਸੀਂ ਪਹਿਲਾਂ ਸਾਨੂੰ ਕੰਮ ਦਿਖਾਓਗੇ, ਤੁਸੀਂ ਕਰਦੇ ਕਿਹੋ ਜਿਹੇ ਹੈਗੇ ਹੋ। ਅਤੇ ਅਸੀਂ ਉਹਨਾਂ ਨੂੰ ਸਾਰਾ ਰੈਡੀ ਕਰਕੇ ਇੱਕ ਲੇਆਊਟ ਰੈਡੀ ਕੀਤੇ, ਉਹਨਾਂ ਨੂੰ ਦਿਖਾਇਆ, ਅਤੇ ਉਸ ਤੋਂ ਬਾਅਦ ਉਹ ਇੰਨੇ ਕਿ ਉਹਨਾਂ ਨੂੰ ਖੁਸ਼ ਹੋਏ ਕਿ ਹਾਂ ਵੀ ਤੁਸੀਂ ਜਸਟ ਇਹ ਨਹੀਂ ਹੈਗਾ ਵੀ ਠੀਕ ਹੈ ਜਗ੍ਹਾ ਦੇਤੀ ਤਾਂ ਠੀਕ ਹੈ ਕੁਛ ਵੀ ਕਰਤਾ, ਤੁਸੀਂ ਸਾਨੂੰ ਕਨਵਿੰਸ ਕਰਨ ਲਈ ਬਹੁਤ ਐਫਰਟਸ ਕੀਤੇ, ਅਤੇ ਅਸੀਂ ਬਹੁਤ ਇੰਪਰੈਸ ਹਾਂ। ਉਸ ਤੋਂ ਬਾਅਦ ਉਹਨੇ ਸਾਨੂੰ ਖੁਦ ਕੰਮ ਦਿੱਤਾ, ਗੌਰਮੈਂਟ ਕੰਮ ਸਾਨੂੰ ਉੱਥੋਂ ਸ਼ੁਰੂ ਹੋਇਆ। ਅਤੇ ਮੈਨੂੰ ਬਹੁਤ ਕਹਿ ਕੇ ਵੀ ਖੁਸ਼ੀ ਹੋ ਰਹੀ ਕਿ ਸਾਡੇ ਆਫਿਸਰਸ ਹੈਗੇ ਆ ਹਜੇ ਵੀ ਜਿਹੜੇ ਆਰਟਿਸਟ ਨੂੰ ਬਹੁਤ ਸਪੋਰਟ ਕਰਦੇ ਆ, ਅਤੇ ਬਹੁਤ ਸਾਰੇ ਆਫਿਸਰ ਸੀਗੇ, ਅਤੇ ਉਹਨਾਂ ਨੂੰ ਸਾਨੂੰ ਬਹੁਤ ਸਪੋਰਟ ਕੀਤਾ। ਹੌਲੀ ਹੌਲੀ ਅਸੀਂ ਫਿਰ ਗੌਰਮੈਂਟ ਕੰਮਸ 'ਚ ਆਏ ਹਾਂ, ਅਤੇ ਸਾਨੂੰ ਟੈਂਡਰਸ ਵਗੈਰਾ ਮਿਲੇ ਆ। ਕਿਲਾ ਮੁਬਾਰਕ 'ਚ ਵੀ ਕੰਮ ਕੀਤਾ। ਉੱਥੋਂ ਸਾਡੇ ਪੇਰੈਂਟਸ ਨੇ ਕਨਵਿੰਸ ਹੋਣਾ ਸ਼ੁਰੂ ਹੋ ਗਿਆ, ਜਿਹੜੇ ਪੁਰਾਣੇ ਉਹਨਾਂ ਦੀ ਸੋਚ ਸੀ ਉੱਥੋਂ ਉਹਨਾਂ ਦੀ ਚੇਂਜ ਹੋਈ ਕਿ ਹਾਂ ਮਤਲਬ ਚੀਜ਼ਾਂ ਹੈਗੀਆਂ, ਅਤੇ ਸਾਡੇ ਬੱਚੇ ਨੇ ਸਾਨੂੰ ਪ੍ਰੂਵ ਕਰਕੇ ਦਿਖਾਇਆ ਕਿ ਕੁਝ ਵੀ ਹੋ ਸਕਦਾ ਆ, ਵੀ ਰੰਗਾਂ ਤੋਂ ਵੀ ਬੰਦਾ ਆਪਣਾ ਕਰੀਅਰ ਬਣਾ ਸਕਦਾ। ਹਾਂਜੀ, ਕਰੀਅਰ ਉਹਨੂੰ ਦੇਖਿਆ ਕਿ ਠੀਕ ਆ। ਆਰਟ ਉਹਨਾਂ ਨੂੰ ਨੌਲੇਜ ਜਸਟ ਦੱਸਣ ਨਾਲ ਆਪਾਂ ਉਹਨਾਂ ਨੂੰ ਨਹੀਂ ਸਮਝਾ ਸਕਦੇ, ਉਹਨਾਂ ਨੂੰ ਕਰਕੇ ਦਿਖਾਉਣਾ ਪਿਆ। ਤੇ ਇਹੀ ਗੱਲ ਆ, ਜੇ ਤੁਸੀਂ ਪਿੰਡਾਂ ਤੋਂ ਜਾਂ ਸ਼ਹਿਰ ਤੋਂ, ਛੋਟੇ ਸ਼ਹਿਰਾਂ ਤੋਂ ਹੈਗੇ, ਤੁਹਾਨੂੰ ਕਰਕੇ ਦਿਖਾਉਣਾ ਪੈਣਾ, ਆਪਾਂ ਗੱਲਾਂ ਨਾਲ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ। ਤੇ ਮੈਂ ਉਹਨਾਂ ਨੂੰ ਜੇ ਹੁਣ ਜਿਵੇਂ ਆਪਾਂ ਕਿਸੇ ਨੂੰ ਸੌਖੇ ਸ਼ਬਦਾਂ 'ਚ ਸਮਝਾਉਣਾ ਹੋਵੇ, ਤੁਸੀਂ ਦੋਵੇਂ ਫਾਈਨ ਆਰਟਸ ਦੇ ਸਟੂਡੈਂਟ ਹੋ, ਤੇ ਫਾਈਨ ਆਰਟ ਜਿਹਦੇ 'ਚ ਬੁੱਤ ਘੜਨੇ, ਤਸਵੀਰਾਂ ਵਾਹੁਣੀਆਂ, ਤਸਵੀਰਾਂ 'ਚ ਰੰਗ ਭਰਨੇ, ਗਾਂ ਫਿਰ ਹੋਰ ਬੜੀਆਂ ਲੰਬੀ ਚੌੜੀ
ਪ੍ਰੋਸੈਸਿੰਗ ਆ ਜਾਂਦੀ ਆ, ਉਹ ਚੀਜ਼ਾਂ ਬੇਸਿਕਲੀ ਸਿਖਾਈਆਂ ਜਾਂਦੀਆਂ ਨੇ ਤੇ ਉਹੀ ਤੁਸੀਂ ਅੱਗੇ ਕਰ ਰਹੇ ਹੋ ਨਾ। ਹਾਂਜੀ। ਤੇ ਜਿਵੇਂ ਕੁੜੀਆਂ, ਮੇਰੀਆਂ ਵੀ ਕੁਝ ਸਹੇਲੀਆਂ ਨੇ ਜਿਹੜੀਆਂ ਫਾਈਨ ਆਰਟਸ ਕਰਦੀਆਂ ਸੀਗੀਆਂ, ਤਾਂ ਉਹਨਾਂ ਦਾ ਸਾਰਿਆਂ ਦਾ ਇਹੀ ਸੀਗਾ ਕਿ ਕੁਝ ਤਾਂ ਮੈਟਰੀਮੋਨੀਅਲ ਲਈ ਪੜ੍ਹ ਰਹੀਆਂ ਸੀਗੀਆਂ, ਜਾਂ ਕਈਆਂ ਨੂੰ ਇਹ ਸੀ ਵੀ ਚਲੋ ਮੈਂ ਜੇ ਪੜ੍ਹਨੀ ਆ ਤਾਂ ਮੇਰਾ ਆਰਟ 'ਚ ਥੋੜ੍ਹਾ ਜਿਹਾ ਇੰਟਰਸਟ ਆ, ਮੈਂ ਉਸ ਤੋਂ ਬਾਅਦ ਆਪਦੀ ਕੋਈ ਬੁਟੀਕ ਕਰ ਸਕਦੀ ਹਾਂ, ਮੈਂ ਆਪਣੀ ਡਿਜ਼ਾਈਨ ਆਪ ਕਰ ਸਕਦੀ ਹਾਂ, ਜਾਂ ਕਈਆਂ ਨੂੰ ਇਹ ਸੀਗਾ ਕਿ ਮੈਂ ਫਾਈਨ ਆਰਟ ਦੀ ਟੀਚਰ ਹੀ ਬਣਨਾ ਆ, ਹੈ ਨਾ। ਸੋ ਤੁਸੀਂ ਇਸ ਤੋਂ ਇਲਾਵਾ ਤੇ ਤੁਸੀਂ ਕੰਮ ਵੀ ਦੋਵੇਂ ਜਾਣੇ ਇੰਡੀਪੈਂਡੈਂਟ ਫ੍ਰੀਲਾਂਸ ਤੁਸੀਂ ਕੰਮ ਕਰ ਰਹੇ ਹੋ ਦੋਵੇਂ, ਹੈ ਨਾ। ਇਹ ਤੁਸੀਂ ਕਿਵੇਂ ਸੋਚਿਆ ਕਿ ਆਰਟ ਨੂੰ ਹਲੇ ਤਾਂ ਪੰਜਾਬ 'ਚ ਆਪਾਂ ਬਹੁਤ ਜ਼ਿਆਦਾ ਨਹੀਂ ਸਮਝਦੇ ਹੈਗੇ, ਜਾਂ ਲੋਕੀ ਉਨੀ ਇੰਪੋਰਟੈਂਸ ਨਹੀਂ ਦਿੰਦੇ ਵੀ ਇਹ ਵੀ ਇੱਕ ਕੰਮ ਆ, ਜਾਂ ਇਹਦੇ ਲਈ ਵੀ ਖਾਸ ਬੰਦੇ ਸਾਨੂੰ ਲਿਆਉਣੇ ਪੈਣਗੇ ਤੇ ਉਹੀ ਇਹ ਬੰਦੇ ਕੰਮ ਕਰ ਸਕਦੇ ਨੇ। ਹਾਂਜੀ। ਸੋ ਤੁਹਾਨੂੰ ਕਿਉਂ ਲੱਗਿਆ ਕਿ ਪੰਜਾਬ 'ਚ ਆਰਟ ਦਾ ਸਕੋਪ ਬਹੁਤ ਜ਼ਿਆਦਾ? ਐਕਚੁਅਲੀ ਦੀ ਆਰਟ ਸਾਨੂੰ ਐਂ ਸੀ ਕਿ ਚਲੋ ਠੀਕ ਕੰਮ ਤਾਂ ਕਰਨਾ, ਮਾਡਰਨ ਆਰਟ ਤਾਂ ਅਸੀਂ ਕਦੋਂ ਵੀ ਕਰ ਸਕਦੇ ਹਾਂ ਕਿਉਂਕਿ ਅਸੀਂ ਸਟੱਡੀ ਕੀਤੀ ਹੈ ਨਾ। ਤੇ ਅਸੀਂ ਮਿਨੀਏਚਰ ਜਦੋਂ ਕੀਤਾ ਤੇ ਮਿਨੀਏਚਰ ਸਾਨੂੰ ਸਿਰਫ ਇਹ ਸੀਗਾ ਇੱਕ ਲਿਮਿਟ ਆ, ਮਿਨੀਏਚਰ ਇੰਨਾ ਕੀ ਹੁੰਦਾ, ਬਟ ਜਦੋਂ ਮਿਨੀਏਚਰ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਹੈ? ਇੱਕ ਦੀ ਮਤਲਬ ਬਿਲਕੁਲ ਛੋਟਾ ਕੰਮ ਕਹਿ ਸਕਦੇ ਜਿਹਨੂੰ, ਬਰੀਕ ਕੰਮ ਹੋ ਗਿਆ। ਜਿਹੜਾ ਆਪਣੇ ਇੰਡੀਆ ਦਾ ਮੇਨ ਆਰਟ ਹੈਗਾ ਉਹ ਮਿਨੀਏਚਰ ਆਰਟ ਹੀ ਹੈ। ਇੰਡੀਆ 'ਚ ਸਭ ਤੋਂ ਪਹਿਲਾਂ ਸ਼ੁਰੂਆਤ ਮਿਨੀਏਚਰ ਆਰਟ ਤੋਂ ਹੀ ਹੋਈ ਆ, ਉਸ ਤੋਂ ਬਾਅਦ ਅੱਗੇ ਅੱਗੇ ਯੂਰਪੀਅਨ ਆਰਟ। ਜਿਵੇਂ ਬਹੁਤ ਸਾਰੇ ਲੋਕੀ ਨੇ ਉਹ ਜਿਹੜੇ ਜਿਵੇਂ ਟਰੈਕਟਰ ਨੂੰ ਇੰਨਾ ਟਰੈਕਟਰ ਬਣਾ ਕੇ ਦਿਖਾਉਣਾ, ਹਾਂਜੀ, ਉਹ ਵੀ ਮਿਨੀਏਚਰ 'ਚ ਆ ਗਿਆ। ਰਿਕਾਰਡਸ ਵੀ ਬਣੇ ਆ, ਚਾਵਲ ਦੇ ਦਾਣੇ ਤੇ ਕੁਝ ਲਿਖਣਾ ਜਾਂ ਕੁਝ ਵੀ, ਇਹਨੂੰ ਮਿਨੀਏਚਰ ਹੀ ਕਹਿ ਦਿੰਦੇ ਆ। ਬਿਲਕੁਲ ਛੋਟੇ ਤੋਂ ਛੋਟਾ ਕੰਮ ਮਤਲਬ ਕਰਨਾ, ਉਹ 'ਚ ਰਿਕਾਰਡਸ ਵੀ ਬਹੁਤ ਬਣੇ ਆ ਆਪਣੇ। ਤੇ ਉਹ ਤੋਂ ਬਾਅਦ ਸਾਨੂੰ ਇਹ ਮਿਨੀਏਚਰ ਠੀਕ ਆ, ਮਿਨੀਏਚਰ ਕਰਨਾ ਹੈ ਨਾ, ਤਾਂ ਮਿਨੀਏਚਰ ਨੂੰ ਹੋਰ ਕਿਵੇਂ ਕਰ ਸਕਦੇ ਹਾਂ, ਹੋਰ ਸਾਨੂੰ ਰਿਸਰਚ ਕਰਨੀ ਪਈ ਇਹਦੇ ਬਾਰੇ। ਤੇ ਵਾਹਿਗੁਰੂ ਜੀ ਨੂੰ ਬਹੁਤ ਸਪੋਰਟ ਉਹਨਾਂ ਨੇ ਵੀ ਕੀਤਾ ਸਾਡਾ, ਕਿ ਅਸੀਂ ਐਫਰਟਸ ਲਾਏ ਤੇ ਐਫਰਟਸ ਨਾਲ ਨਾਲ ਸਾਡੇ ਐਫਰਟਸ ਨੇ ਸਾਨੂੰ ਬਹੁਤ ਕੁਝ ਸਿਖਾਇਆ। ਅਸੀਂ ਨਾ ਬਹੁਤ ਸਾਰੇ ਪੁਰਾਣੇ ਆਰਟਿਸਟਾਂ ਨੂੰ ਵੀ ਮਿਲੇ ਹਾਂ ਤੇ ਉਹਨਾਂ ਨੇ ਸਾਨੂੰ ਬਹੁਤ ਕੁਝ ਦੱਸਿਆ ਸਾਡੇ ਐਫਰਟਸ ਦੇਖ ਕੇ। ਜੇ ਆਪਾਂ ਜਾਈਏ ਕਿ ਨਹੀਂ ਸਰ ਸਾਨੂੰ ਦੱਸੋ ਇੰਟਰਸਟ, ਕਿਉਂਕਿ ਪੁਰਾਣੇ ਜਿਹੜੇ ਲੋਕ ਹੁੰਦੇ ਨਾ ਇੰਨੀ ਈਜ਼ੀ ਆਪਣਾ ਆਰਟ ਨਹੀਂ ਦਿੰਦੇ ਉਹ, ਤੇ ਉਹਨਾਂ ਨੂੰ ਦਿਖਦਾ ਕਿ ਜੇ ਇਸ ਬੱਚੇ 'ਚ ਪੈਸ਼ਨ ਹੈਗਾ ਆ, ਅਸੀਂ ਤਾਂ ਹੀ ਉਹਨਾਂ ਨੂੰ ਕੋਈ ਆਰਟ ਬਾਰੇ ਦੱਸਣਾ ਹੈ। ਤੇ ਅਸੀਂ ਉਹਨਾਂ ਨੂੰ ਸਾਡੇ ਵਿੱਚ ਚੀਜ਼ਾਂ ਦਿਖੀਆਂ, ਅਸੀਂ ਟਰੈਵਲ ਬਹੁਤ ਕੀਤਾ, ਬਹੁਤ ਘੁੰਮਿਆ, ਬਹੁਤ ਕੁਝ ਲੋਕਾਂ ਨੂੰ ਪੁੱਛਿਆ, ਦੱਸਿਆ ਕਿ ਹਾਂਜੀ ਅਸੀਂ ਇਹ ਚੀਜ਼ ਕਰਨੀ ਆ। ਫਿਰ ਅਸੀਂ ਐਕਸਪੈਰੀਮੈਂਟਸ ਬਹੁਤ ਕੀਤੇ ਆਪਦੇ ਆਰਟ ਤੇ ਸਾਨੂੰ ਹੋਪਫੁਲੀ ਸਾਨੂੰ ਕਿਲ੍ਹਾ ਮੁਬਾਰਕ 'ਚ ਕੰਮ ਮਿਲਿਆ, ਅਸੀਂ ਉੱਥੇ ਕੰਮ ਕੀਤਾ ਤੇ ਸਾਨੂੰ ਇੱਕ ਇੰਨਾ ਪੁਰਾਣਾ ਕੰਮ ਰਿਸਰਚ ਕਰਨ ਦਾ, ਉਹਦੇ ਬਾਰੇ ਉਹਦੇ ਰਿਸਟੋਰ ਕਰਨ ਦਾ ਕੰਮ ਮਿਲਿਆ। ਤੇ ਇਹ ਸਾਡੇ ਲਈ ਬਹੁਤ ਵੱਡੀ ਚੀਜ਼ ਸੀ, ਸਾਨੂੰ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਪੁਰਾਣਾ ਕੰਮ ਕਿੰਨਾ ਕੁ ਡਿਟੇਲ 'ਚ, ਤੇ ਉਹ ਡਰਾਇੰਗ ਕਿਵੇਂ ਕਰਦੇ ਸੀਗੇ, ਤੇ ਇਸ ਤਰ੍ਹਾਂ ਦਾ ਪਹਿਲਾਂ ਤਾਂ ਕੋਈ ਲਾਈਟ ਨਹੀਂ ਕੁਛ ਨਹੀਂ, ਤੇ ਉਹਨਾਂ ਨੇ ਕਿਵੇਂ ਉਹ ਕੰਮ ਕੀਤੇ ਨਾ, ਤੇ ਉਹਨੂੰ ਕਰਕੇ ਸਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ, ਸੁਣਨ ਨੂੰ, ਸਮਝਣ ਨੂੰ ਮਿਲੀਆਂ ਤੇ ਅਸੀਂ ਉੱਥੋਂ ਬਹੁਤ ਸਿੱਖਿਆ। ਤੇ ਉਹਦੇ ਬਾਅਦ ਇੰਟਰਸਟ ਇੰਨਾ ਕੁ ਜ਼ਿਆਦਾ ਹੋ ਗਿਆ ਕਿ ਸਾਨੂੰ ਕਿ ਨਹੀਂ ਅਸੀਂ ਹੁਣ ਹੋਰ ਅੱਗੇ ਜਾਣਾ ਇਸੇ ਕੰਮ 'ਚ, ਅਸੀਂ ਰੁਕਣਾ ਨਹੀਂ ਇਸ ਚੀਜ਼ ਨੂੰ ਲੈ ਕੇ। ਹਾਂ, ਇਹ 'ਚ ਪ੍ਰੋਬਲਮਸ ਬਹੁਤ ਆਈਆਂ, ਤੁਹਾਨੂੰ ਫਿਜ਼ੀਕਲੀ ਬਹੁਤ ਤੁਸੀਂ ਡਿਸਟਰਬ ਹੋ ਜਾਂਦੇ ਹੋ ਜਦੋਂ ਤੁਸੀਂ ਡੋਮ ਤੇ ਕੰਮ ਕਰਦੇ ਹੋ, ਤੁਸੀਂ ਬਹੁਤ ਹਾਈਟ ਤੇ ਕੰਮ ਕਰਦੇ ਹੋ। 30-35 ਫੁੱਟ ਉੱਪਰ ਖੜ ਕੇ ਕੰਮ ਕਰਨਾ। ਹਾਂਜੀ, ਸਾਨੂੰ 40-40 ਫੁੱਟ ਉੱਪਰ ਖੜ ਕੇ ਵੀ ਕੰਮ ਕਰਨਾ ਪਿਆ ਆ, ਵੀ ਚੜ੍ਹਨਾ ਉਤਰਨਾ ਰਿਸਕੀ ਬਹੁਤ ਹੋ ਜਾਂਦਾ ਹੈ। ਤੇ ਅਸੀਂ ਕੀਤਾ, ਫਿਰ ਵੀ ਸਾਨੂੰ ਕਿ ਨਹੀਂ ਸਿੱਖਣਾ ਤਾਂ ਬਹੁਤ ਸਾਰੇ ਤੁਹਾਨੂੰ ਸੈਕਰੀਫਾਈਸਿਸ ਕਰਨੇ ਪੈਣੇ ਆ, ਡਰ ਖਤਮ ਕਰਨਾ ਪੈਣਾ। ਤੇ ਅਸੀਂ ਰਾਤ ਤੱਕ ਵੀ ਕੰਮ ਕੀਤਾ, ਲਾਈਟਸ 'ਚ ਵੀ ਕੰਮ ਕੀਤਾ ਹੈ ਰਾਤ ਨੂੰ ਜਗਾ ਕੇ, ਤੇ ਸਿੱਖਣ ਨੂੰ ਮਿਲਿਆ। ਤੇ ਅਸੀਂ ਇਸ ਚੀਜ਼ ਨੂੰ ਹੁਣ ਅੱਗੇ ਲੈ ਕੇ ਜਾਣਾ, ਰੁਕਣਾ ਨਹੀਂ। ਇਸ ਜਿਹੜੀ ਡਿਊਟੀ 'ਚ ਅਸੀਂ ਬੈਠੇ ਹਾਂ ਤਾਂ ਇਸ ਡਿਊਟੀ ਦਾ ਕੰਮ ਵੀ ਇਹਨਾਂ ਨੇ ਕੀਤਾ, ਜਿਹੜੇ ਤੁਸੀਂ ਆਰਟ ਦੇਖ ਰਹੇ ਹੋ, ਕੁਝ ਸ਼ਾਰਟਸ ਤੁਸੀਂ ਇਸ ਇੰਟਰਵਿਊ ਦੇ ਦੌਰਾਨ ਵੀ ਦੇਖੋਗੇ। ਫਨਕਾਰੀ ਤੁਹਾਡਾ ਖੁਦ ਦਾ ਨਾਮ ਵੀ ਬਹੁਤ ਸੋਹਣਾ, ਪਰ ਜਿਹੜਾ ਤੁਹਾਡੇ ਦੋਵਾਂ ਦੀ ਕੰਪਨੀ ਦਾ ਨਾਮ ਆ ਰੰਗ ਟੋਲਾ, ਉਹ ਵੀ ਬਹੁਤ ਸੋਹਣਾ। ਇਹ ਤੁਸੀਂ ਕਿਵੇਂ ਡਿਸਾਈਡ ਕੀਤਾ ਸੀਗਾ, ਤੇ ਦੂਸਰੀ ਗੱਲ ਇਹਦਾ ਮਤਲਬ ਕੀ ਹੋਇਆ? ਅਸੀਂ ਰੰਗਾਂ ਨੂੰ ਸੋਚ ਕੇ ਬਣਾਇਆ ਨਾਮ, ਕਿ ਰੰਗਾਂ ਦਾ ਗਰੁੱਪ ਆਪਣੇ ਅੰਦਰ ਵੀ ਰੰਗ ਆ, ਹਰ ਇਨਸਾਨ ਦੇ ਰੰਗਾਂ ਨਾਲ ਹੀ ਬਣਿਆ, ਸਾਰੀ ਦੁਨੀਆ ਰੰਗਾਂ ਨਾਲ ਬਣੀ ਹੋਈ ਨਾ। ਉਵੇਂ ਬੈਠੇ ਬੈਠੇ ਡਿਸਾਈਡ ਕਰ ਰਹੇ ਸੀਗੇ ਵੀ ਕੀ ਨਾਮ ਹੋ ਸਕਦਾ, ਕੁਛ ਅਲੱਗ ਹੋਵੇ, ਕੁਛ ਪੰਜਾਬੀ ਕਲਚਰ ਆਪਣਾ ਹੋਵੇ, ਪੰਜਾਬੀ ਨਾਮ ਹੋਵੇ। ਉਸ ਤੋਂ ਹੀ ਦੇਖਿਆ ਕਿ ਰੰਗ ਟੋਲਾ, ਵੀ ਹਾਂ ਰੰਗ ਟੋਲਾ ਠੀਕ ਲੱਗ ਰਿਹਾ, ਕਿ ਆਪਾਂ ਨੂੰ ਗਰੁੱਪ ਆਫ ਕਲਰਸ ਹੋ ਗਿਆ, ਤੇ ਵੀ ਇਹ ਆਪਣੇ ਲਈ ਬਹੁਤ ਇੱਕ ਤਾਂ ਅਲੱਗ ਨਾਮ ਹੋ ਗਿਆ, ਤੇ ਇੱਕ ਆਪਣੀ ਪੰਜਾਬੀ ਨਾਲ ਟੱਚ ਹੋ ਗਿਆ ਨਾਮ। ਇਹ ਮੈਨੂੰ ਸਭ ਤੋਂ ਖਾਸ ਲੱਗਿਆ। ਹਾਂਜੀ, ਪੰਜਾਬੀ ਨਾਲ ਟੱਚ, ਕਿਉਂਕਿ ਇੰਗਲਿਸ਼ ਨੇਮ ਤਾਂ ਬਹੁਤ ਜ਼ਿਆਦਾ ਰੱਖ ਲੈਂਦੇ ਲੋਕ ਨਾ, ਤੇ ਇਹ ਪੰਜਾਬੀ ਅਸੀਂ ਵੀ ਅੱਗੇ ਲੈ ਕੇ ਆਉਣਾ ਚਾਹੁੰਦੇ ਕਿ ਪੰਜਾਬ ਦੇ ਸਟੂਡੈਂਟਸ ਜਿਹੜੇ ਹੈਗੇ ਆ, ਗਰਲਸ ਹੈਗੀਆਂ, ਉਹ ਅੱਗੇ ਵਧਣ। ਬਾਹਰ ਪੰਜਾਬ ਤੋਂ ਬਾਹਰ ਕਾਫੀ ਹੈਗੇ ਆ ਕੰਮ ਕਰਨ ਵਾਲੇ, ਪੰਜਾਬ 'ਚ ਬਹੁਤ ਘੱਟ ਆ, ਕਿਉਂਕਿ ਆਪਣੇ ਪੇਰੈਂਟਸ ਦੀ ਇੱਥੇ ਹਜੇ ਸੋਚ ਇਹ ਹੈਗੀ ਕਿ ਇਸ ਫੀਲਡ ਦੇ ਵਿੱਚ ਸਕੋਪ ਨਹੀਂ ਹੈ। ਉਹਨਾਂ ਦੀ ਹਜੇ ਵੀ ਸੋਚ ਇਹ ਹੋ ਜਾਂਦੀ ਆ। ਕੰਮ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਆ, ਇੱਕ ਦਿਨ ਤਾਂ ਸਫਲ ਹੋਣੇ ਹੀ ਆ ਉਸ ਚੀਜ਼ ਨੂੰ ਲੈ ਕੇ। ਪੇਰੈਂਟਸ ਦਾ ਨਾ ਇਸ ਚੀਜ਼ 'ਤੇ ਸਪੋਰਟ ਉਹ ਤਾਂ ਨਹੀਂ ਕਰਦੇ ਕਿ ਆਊਟਡੋਰ ਕੰਮ ਕਰਨਾ ਕੁੜੀਆਂ ਦਾ ਦਿਨ ਰਾਤ
ਬਹੁਤ ਮੁਸ਼ਕਿਲ ਆ। ਤੇ ਵਿਆਹ ਤੋਂ ਪਹਿਲਾਂ ਉਹ ਕਿਵੇਂ ਨਾ ਕਿਵੇਂ ਸਪੋਰਟ ਕਰ ਦੇਣਗੇ, ਠੀਕ ਆ ਵੀ ਚਲੋ ਅਸੀਂ ਹੀ ਸੁਣਨਾ। ਤੇ ਵਿਆਹ ਤੋਂ ਬਾਅਦ ਉਹਨਾਂ ਨੇ ਇਹੀ ਸਾਨੂੰ ਲੋਕਾਂ ਨੇ ਵੀ ਕਿਹਾ ਤੁਸੀਂ ਜਦੋਂ ਤੱਕ ਤੁਹਾਡਾ ਵਿਆਹ ਨਹੀਂ ਹੁੰਦਾ ਤੁਸੀਂ ਉਦੋਂ ਤੱਕ ਤਾਂ ਕਰ ਲਓਗੀਆਂ, ਉਸ ਤੋਂ ਬਾਅਦ ਕਿਵੇਂ ਇਹਨੂੰ ਕੰਟੀਨਿਊ ਕਰਨਾ, ਇਹ ਨਹੀਂ ਹੋਣਾ, ਇਹ ਕੰਟੀਨਿਊ ਨਹੀਂ ਹੋਣਾ। ਅਸੀਂ ਕਿਹਾ ਕੋਈ ਬਾਤ ਨਹੀਂ, ਉਹ ਵਿਆਹ ਤੋਂ ਬਾਅਦ ਦੀ ਗੱਲ ਆ, ਪਰ ਅਸੀਂ ਹੁਣ ਤੱਕ ਇਹਨੂੰ ਕੰਟੀਨਿਊ ਕਰ ਰਹੇ ਹਾਂ। ਤੇ ਅਸੀਂ ਇੰਨੇ ਐਫਰਟਸ ਪਾਏ, ਅਸੀਂ ਬਾਅਦ 'ਚ ਵੀ ਕਰਨੀ ਹੈ ਇਸ ਚੀਜ਼ ਨੂੰ ਕੰਟੀਨਿਊ, ਕਿਉਂਕਿ ਇੰਨੀ ਮਿਹਨਤ ਕਰਕੇ ਜਦ ਆਪਾਂ ਇਸ ਚੀਜ਼ ਨੂੰ ਇੱਥੇ ਲੈ ਕੇ ਆਏ ਤਾਂ ਇਹਨੂੰ ਨਹੀਂ ਛੇਤੀ ਖਤਮ ਨਹੀਂ ਕਰ ਸਕਦੇ, ਤੇ ਇਹਨੂੰ ਕੰਟੀਨਿਊ ਕਰਨਾ ਆ। ਤੇ ਵਧੀਆ ਲੱਗ ਰਿਹਾ, ਬਹੁਤ ਸੋਹਣਾ ਐਕਸਪੀਰੀਅੰਸ ਆ, ਤੇ ਐਕਸਪੀਰੀਅੰਸ ਨੂੰ ਲਾਈਫ ਟਾਈਮ ਰੱਖਣਾ। ਬੜੇ ਕੁਇੱਕ ਨੋਟ 'ਚ ਤੁਸੀਂ ਦੱਸਿਆ ਵੀ ਅਸੀਂ ਪਹਿਲਾਂ ਐਮਏ ਕੀਤੀ, ਉਸ ਤੋਂ ਬਾਅਦ ਅਸੀਂ ਬਾਹਰ ਨਿਕਲੇ, ਅਸੀਂ ਕੰਮ ਕਰਨਾ ਸ਼ੁਰੂ ਕੀਤਾ, ਸੀਡੀਸੀ ਆਫਿਸ ਗਏ, ਉੱਥੋਂ ਸਾਨੂੰ ਕੰਮ ਮਿਲਿਆ। ਪਰ ਫਿਰ ਵੀ ਜਿਵੇਂ ਹੁਣ ਬਹੁਤ ਸਾਰੀਆਂ ਕੁੜੀਆਂ ਹੋ ਸਕਦਾ ਫਾਈਨ ਆਰਟਸ ਦੀਆਂ ਹੀ ਸਾਨੂੰ ਸੁਣ ਰਹੀਆਂ ਹੋਣ, ਜਾਂ ਫਾਈਨ ਆਰਟਸ ਦੇ ਕੁਝ ਨਿਆਣੇ ਸਾਨੂੰ ਸੁਣ ਰਹੇ ਹੋਣਗੇ, ਤਾਂ ਉਹਨਾਂ ਨੂੰ ਇੱਕ ਨਵਾਂ ਥਾਟ ਆਇਆ ਹੋਊਗਾ ਤੁਹਾਨੂੰ ਦੋਵਾਂ ਨੂੰ ਦੇਖ ਕੇ ਕਿ ਅਸੀਂ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ। ਬਹੁਤ ਛੋਟਾ ਕੰਮ ਆ ਜਿਹੜਾ, ਜਾਂ ਜਿਹੜੀ ਸਭ ਤੋਂ ਪਹਿਲੀ ਸ਼ੁਰੂਆਤ ਸੀਗੀ ਉਹੀ ਔਖੀ ਹੁੰਦੀ ਆ, ਪਹਿਲਾ ਕਦਮ ਹੀ ਔਖਾ ਹੁੰਦਾ। ਉਹ ਮੈਨੂੰ ਦੱਸੋ, ਉਹ ਕਿਹੜਾ ਕਦਮ ਸੀਗਾ ਪਹਿਲਾ ਕੰਮ ਅਸੀਂ ਪਿੰਡ ਤੋਂ ਸ਼ੁਰੂ ਕੀਤਾ ਕਿ ਸਾਨੂੰ ਇੱਕ ਚਲੋ ਠੀਕ ਹੈ ਪੰਜਾਬ ਦੇ ਪਿੰਡਾਂ ਨੂੰ ਅੱਗੇ ਲੈ ਕੇ ਆਈਏ, ਹੈ ਨਾ, ਆਪਾਂ ਉਹਨਾਂ ਨੂੰ ਖੂਬਸੂਰਤ ਬਣਾਈਏ। ਅਸੀਂ ਮੋਗੇ ਤੋਂ ਸ਼ੁਰੂਆਤ ਕੀਤੀ, ਉੱਥੇ ਗੱਲ ਕੀਤੀ ਆਪਾਂ ਸਰਪੰਚ ਨਾਲ ਵੀ ਆਪਾਂ ਕੰਮ, ਕਹਿੰਦੇ ਚਲੋ ਠੀਕ ਹੈ ਕਰੋ ਤੁਸੀਂ ਕੰਮ, ਵੀ ਆਪਾਂ ਤੁਹਾਡੀ ਹੈਲਪ ਕਰਾਂਗੇ ਜਿੰਨੀ ਕਰ ਸਕਦੇ ਹੋਏ। ਬਟ ਹਾਂ, ਫਸਟ ਐਕਸਪੀਰੀਅੰਸ ਲਾਈਫ 'ਚ ਬਹੁਤ ਕੁਝ ਸਿਖਾ ਕੇ ਜਾਂਦਾ, ਬਹੁਤ ਕੁਝ ਸਿੱਖ ਲੈਂਦੇ ਉੱਥੇ ਹੀ ਨਾ। ਅਸੀਂ ਉੱਥੇ ਕੰਮ ਕੀਤਾ, ਮਤਲਬ ਗਰਮੀ ਦੇ ਵਿੱਚ, ਪੂਰੀ ਗਰਮੀ ਦੇ ਵਿੱਚ ਲੱਗੇ ਰਹਿੰਦੇ ਅਸੀਂ, ਬਟ ਉੱਥੇ ਸਾਨੂੰ ਉਹਨਾਂ ਨੇ ਇਹ ਵੀ ਹੈਲਪ ਨਹੀਂ ਕਿ ਸਾਡੀ ਪੇਮੈਂਟ ਵੀ ਨਹੀਂ ਕੀਤੀ। 4 ਸਾਲ ਹੋ ਗਏ ਸਾਨੂੰ ਉਸ ਦੀ ਪੇਮੈਂਟ ਵੀ ਨਹੀਂ ਮਿਲੀ ਹੈਗੀ। ਉਸ ਟਾਈਮ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਨਹੀਂ, ਇਹ ਵੀ ਜ਼ਰੂਰੀ ਹੈ, ਠੀਕ ਹੈ, ਕੰਮ ਵੀ ਜ਼ਰੂਰੀ ਆ, ਪੈਸੇ ਜ਼ਰੂਰੀ, ਕਮਾਵਾਂਗੇ ਤਾਂ ਅੱਗੇ ਵੱਧ ਸਕਾਂਗੇ ਨਾ। ਤੇ ਹਾਂ, ਪਿੰਡ ਦੇ ਉੱਥੋਂ ਹੀ ਕਰਦੇ ਕਰਦੇ ਅੱਗੇ ਹੌਲੀ ਹੌਲੀ ਵਧੇ, ਉੱਥੋਂ ਸਿੱਖੀਆਂ, ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਵੀ ਕਿਵੇਂ ਕੰਮ ਕਰਨਾ, ਕਿਵੇਂ ਡੀਲਸ ਕਰਨੀ ਹੈਗੀ ਆ। ਉਹ ਚੀਜ਼ਾਂ ਸਾਨੂੰ ਉੱਥੋਂ ਸਿੱਖਣ ਨੂੰ ਮਿਲੀਆਂ ਕਿ ਸਟਾਰਟਿੰਗ ਦੇ ਵਿੱਚ ਔਖਾ ਜ਼ਰੂਰ ਹੁੰਦਾ, ਬਟ ਹਾਂ ਸਟਾਰਟ ਕਰਨਾ ਪਏਗਾ। ਸੋ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਕਈ ਵਾਰੀ ਆਪਾਂ ਇਹ ਸੋਚ ਲੈਂਦੇ ਹਾਂ ਵੀ ਆਰਟ ਮਤਲਬ ਮੈਂ ਕੁਛ ਬਹੁਤ ਵੱਡੇ ਤੋਂ ਸ਼ੁਰੂ ਕਰਾਂ, ਜਾਂ ਮੈਨੂੰ ਪਹਿਲਾਂ ਹੀ ਕੋਈ ਬਹੁਤ ਵੱਡਾ ਪ੍ਰੋਜੈਕਟ ਮਿਲ ਜੇ। ਤੁਸੀਂ ਈਵਨ ਆਪਣੇ ਘਰ ਤੋਂ ਵੀ ਸ਼ੁਰੂ ਕਰ ਸਕਦੇ ਹੋ। ਹਾਂਜੀ, ਲੋਕਡਾਊਨ ਦੇ ਵਿੱਚ ਫ੍ਰੀ ਸੀ ਤਾਂ ਅਸੀਂ ਘਰੇ ਹੀ ਪੇਂਟਿੰਗਸ ਵਾਲਸ ਦੇ ਉੱਪਰ ਕੀਤੀਆਂ ਕਿ ਹਾਂ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ। ਉੱਥੋਂ ਹੀ ਇੱਕ ਨਾਲ ਪਿੰਡ ਸੀਗਾ, ਉਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਇਹ ਕਰ ਰਹੇ ਆ। ਫਿਰ ਅਸੀਂ ਲੋਕਡਾਊਨ ਦੇ ਵਿੱਚ ਉਹ ਸੁਬਾਹ ਚਲੇ ਜਾ ਕੇ ਵੀ ਜਿਸ ਟਾਈਮ ਹੁੰਦਾ ਸੀ ਨਿਕਲ ਸਕਦੇ ਹੁੰਦੇ ਸੀ, ਅਸੀਂ ਉੱਥੇ ਵੀ ਕੰਮ ਕਰਕੇ ਆਉਂਦੇ ਸੀ ਵੀ ਹਾਂ ਹੈਲਪ ਹੋਊਗੀ, ਥੋੜ੍ਹਾ ਲੋਕਾਂ ਨੂੰ ਪਤਾ ਲੱਗੂਗਾ ਵੀ ਕੁੜੀਆਂ ਵੀ ਅੱਗੇ ਆ ਕੇ ਕੰਮ ਕਰ ਸਕਦੀਆਂ। ਉੱਥੋਂ ਦੇ ਪਿੰਡਾਂ ਨਾਲ ਲੋਕਾਂ ਨੂੰ ਪਤਾ ਵੀ ਲੱਗਿਆ ਵੀ ਹਾਂ ਕਰਦੀਆਂ ਤਾਂ ਸਾਡੇ ਬੱਚੇ ਕਿਉਂ ਨਹੀਂ ਕਰ ਸਕਦੇ। ਉੱਥੋਂ ਹੈਲਪ ਹੁੰਦੀ ਹੈ ਆਪਣੀ। ਇਹ ਜਿਹੜੀ ਤੁਸੀਂ ਆਰਟ ਕਰ ਰਹੇ ਹੋ ਕਿਤੇ ਇਹ ਲਿਮਿਟਿਡ ਤਾਂ ਨਹੀਂ ਹੈਗੀ, ਕਿਉਂਕਿ ਨਾਲ ਪੰਜਾਬ 'ਚ ਬਹੁਤ ਸਾਰੇ ਰੁਝਾਨ ਇੱਦਾਂ ਵੀ ਨੇ ਵੀ ਮਾਡਰਨ ਘਰ ਹੋਵੇ, ਸਾਰਾ ਕੁਛ ਇੱਦਾਂ ਦਾ ਹੋਵੇ। ਜਿਵੇਂ ਹੁਣ ਇਹ ਸੈਫਦੀਪੁਰ ਕਿਲ੍ਹਾ, ਇਹ ਰੁਝਾਨ ਰੱਖਦੇ ਨੇ ਉੱਦਾਂ ਦਾ, ਇਹਨਾਂ ਦਾ ਸ਼ੌਂਕ ਆ, ਤਾਂ ਤੁਹਾਨੂੰ ਇੱਥੇ ਕੰਮ ਮਿਲਿਆ। ਜਾਂ ਕਿਲ੍ਹਾ ਮੁਬਾਰਕ ਸਾਡੀ ਇੱਕ ਇਤਿਹਾਸਿਕ ਥਾਂ ਵਾ, ਹੈ ਨਾ, ਜਾਂ ਇਤਿਹਾਸਿਕ ਇਮਾਰਤ ਆ, ਉੱਥੇ ਤੁਹਾਨੂੰ ਕੰਮ ਮਿਲਿਆ। ਇਹਨਾਂ ਤੋਂ ਇਲਾਵਾ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਰੁਝਾਨ ਹੈਗਾ ਕਿ ਜਿੱਥੇ ਤੁਸੀਂ ਜਾ ਕੇ ਆਪਣਾ ਕੰਮ ਦਿਖਾ ਸਕਦੇ ਹੋ ਜਾਂ ਕਰ ਸਕਦੇ ਹੋ? ਐਕਚੁਅਲੀ ਮੈਂ ਆਪਣੇ ਪੰਜਾਬ 'ਚ ਬਹੁਤ ਸਾਰੇ ਕਿਲੇ ਹੈਗੇ ਆ ਜਿੱਥੇ ਇੰਨੀਆਂ ਕੁ ਜ਼ਿਆਦਾ ਪੇਂਟਿੰਗਸ ਹੈਗੇ, ਅਸੀਂ ਆਪਦੀ ਪੂਰੀ ਲਾਈਫ ਦੇ ਦਾਂਗੇ ਤਾਂ ਵੀ ਉਹ ਪੇਂਟਿੰਗਸ ਖਤਮ ਨਹੀਂ ਹੋਣਗੀਆਂ। ਇੰਨੀ ਕੁ ਜ਼ਿਆਦਾ ਪੇਂਟਿੰਗਸ ਬਣੀਆਂ ਹੋਈਆਂ, ਬਟ ਅਸੀਂ ਗੌਰਮੈਂਟ ਨੂੰ ਜੇ ਕਨਵਿੰਸ ਕਰ ਸਕੀਏ ਕਿ ਉਹ ਆਰਟ ਉਹ ਜੇ ਆਪਾਂ ਉਹਨੂੰ ਪ੍ਰਾਈਵੇਟਲੀ ਲੈ ਕੇ ਚੱਲੀਏ, ਹੈ ਨਾ, ਜਸਟ ਇੱਕ ਆਰਟ ਠੀਕ ਹੈ ਨਾ, ਤੇ ਉਹ ਉਹਨਾਂ ਨੂੰ ਕੰਸਟਰਕਟ ਪ੍ਰੋਪਰ ਨਹੀਂ ਹੋ ਰਿਹਾ, ਉਹ ਖਤਮ ਹੋ ਰਿਹਾ। ਇੱਕ ਆਰਟਿਸਟ ਨੂੰ ਜਿੰਨਾ ਕੁ ਪੁਰਾਣਾ ਆਪਣੇ ਰਾਜੇ ਮਹਾਰਾਜੇ ਕੰਮ ਕਰਾ ਕੇ ਗਏ, ਜਿੰਨੇ ਕਿ ਸ਼ੌਂਕ ਨਾਲ ਉਹ ਕੰਮ ਕਰਾ ਕੇ ਗਏ, ਅੱਜ ਦੀ ਜਨਰੇਸ਼ਨ ਉਹਨੇ ਸ਼ੌਂਕ ਨਾਲ ਨਾ ਤਾਂ ਕਰ ਰਹੀ ਆ ਤੇ ਨਾ ਹੀ ਉਹ ਬਚਾ ਰਿਹਾ ਉਸ ਕੰਮ ਨੂੰ। ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਉਹ ਕੰਮ ਬਚੇ ਤੇ ਇੰਨੇ ਕਿ ਆਰਟਿਸਟਾਂ ਨੂੰ ਕੰਮ ਮਿਲੂਗਾ ਉਹਨਾਂ ਕੰਮ ਕਰਕੇ ਕਿ ਉਹਨਾਂ ਨੂੰ ਲਾਈਫ ਟਾਈਮ ਕੰਮ ਕਿਤੇ ਹੋਰ ਲੈਣ ਦੀ ਲੋੜ ਨਹੀਂ, ਤੇ ਇੰਨਾ ਕੁ ਸੋਹਣਾ ਕੰਮ ਆਪਣਾ ਰਿਸਟੋਰ ਹੋ ਜਾਊਗਾ ਕਿ ਆਉਣ ਵਾਲੀ ਪਤਾ ਨਹੀਂ ਕਿੰਨੀਆਂ ਜਨਰੇਸ਼ਨਸ ਨੂੰ ਪਤਾ ਲੱਗੂਗਾ ਕਿ ਇਹ ਕੰਮ ਹਜੇ ਵੀ ਆਪਣੇ ਪੰਜਾਬ 'ਚ ਹੋਇਆ ਸੀਗਾ। ਤੇ ਬਹੁਤ ਸਾਰੀਆਂ ਸੀਰੀਜ਼ ਬਣੀਆਂ ਹੋਈਆਂ ਕਿਲਿਆਂ 'ਚ, ਅਸੀਂ ਹੈਰਾਨ ਹੋ ਦੇਖ ਕੇ ਕਿ ਸਾਨੂੰ ਇੰਨੀ ਕਿ ਨੌਲੇਜ ਮਿਲ ਸਕਦੀ ਹੈ ਕਿ ਅਸੀਂ ਬਾਹਰ ਲੱਭਦੇ ਹਾਂ ਨੌਲੇਜ, ਤੇ ਸਾਡੇ ਆਰਟਿਸਟ ਉਹ ਕੰਧਾਂ 'ਤੇ ਬਣਾ ਕੇ ਗਏ ਆ ਤੇ ਅਸੀਂ ਉਹ ਨੌਲੇਜ ਉਹਨਾਂ ਨੂੰ ਦੇਖ ਕੇ ਪੜ੍ਹ ਕੇ ਹੀ ਸਿੱਖ ਸਕਦੇ ਹਾਂ। ਬਹੁਤ ਸਾਰੀਆਂ ਸੀਰੀਜ਼ ਆ, ਹਿੰਦੂ ਧਰਮ ਨੂੰ ਲੈ ਕੇ ਸਿੱਖ ਧਰਮ ਨੂੰ ਲੈ ਕੇ ਬਹੁਤ ਸਾਰੀਆਂ ਸੀਰੀਜ਼ ਬਣਾਈ ਹੋਈਆਂ ਕਿਲਿਆਂ 'ਚ। ਹਾਂਜੀ, ਤੇ ਅਸੀਂ ਉਹਨਾਂ ਨੂੰ ਦੇਖਿਆ, ਫੋਟੋਜ਼ ਵੀ ਕੀਤੀਆਂ ਉਹਨਾਂ ਦੀ, ਤੇ ਉਹਨਾਂ ਨੂੰ ਗੌਰਮੈਂਟ ਜੇ ਰੀਸਟੋਰ ਕਰਾਵੇ ਤਰੀਕੇ ਨਾਲ, ਤੇ ਅਸੀਂ ਉਹ ਕੰਮ ਬਹੁਤ ਹੈਗਾ ਆਪਣੇ ਪੰਜਾਬ 'ਚ, ਬਹੁਤ ਕੰਮ ਪਿਆ ਕਰਨ ਵਾਲਾ। ਸਾਨੂੰ ਲੋੜ ਹੀ ਨਹੀਂ ਕਿ ਆਪਾਂ ਨਵਾਂ ਕੰਮ ਛੇੜੀਏ, ਪੁਰਾਣਾ ਹੀ ਬਹੁਤ ਹੈ ਜਿਹੜੇ ਨੂੰ ਰੀਸਟੋਰ ਕਰਕੇ ਰੱਖ ਸਕਦੇ ਹਾਂ। ਬਿਲਕੁਲ, ਤੇ ਇਹ ਬਹੁਤ ਵੱਡਾ ਇਨੀਸ਼ੀਏਟਿਵ ਵੀ ਹੋ ਸਕਦਾ ਵਾ, ਜਿਹਨੂੰ ਜਿਵੇਂ ਆਪਾਂ ਕਹਿੰਦੇ ਕਿ ਆਪਾਂ ਹਮੇਸ਼ਾ ਪੰਜਾਬ ਤੋਂ ਬਾਹਰ ਦੀਆਂ ਸਟੇਟਸ ਦੀ ਜਾਂ ਫਿਰ
ਆਪਣੇ ਦੇਸ਼ ਤੋਂ ਬਾਹਰ ਦੀਆਂ ਕਿੰਨੀਆਂ ਹੋਰ ਕੰਟਰੀਜ਼ ਦੀ ਆਪਾਂ ਉਦਾਹਰਣ ਦਿੰਦੇ ਆ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗ ਸੀਗੀਆਂ ਉਹਨਾਂ ਨੂੰ ਜਾਂ ਤਾਂ ਉਹਨਾਂ ਨੇ ਰੈਸਟੋਰੈਂਟ ਵਗੈਰਾ ਬਣਾਤਾ ਜਾਂ ਉਹਨਾਂ ਨੇ ਹੋਟਲ ਮੋਟਲ ਦੇ ਵਿੱਚ ਉਹ ਕਨਵਰਟ ਕਰਤੀਆਂ ਨੇ ਤੇ ਉਸ ਤਰੀਕੇ ਨਾਲ ਸਾਂਭੀਆਂ ਵੀ ਗਈਆਂ ਤੇ ਉੱਥੇ ਇੱਕ ਫੀਲ ਵੀ ਹੁੰਦਾ ਵੀ ਤੁਸੀਂ 300 ਸਾਲ ਪੁਰਾਣੀ ਬਿਲਡਿੰਗ 'ਚ ਰਾਤ ਰਹਿ ਰਹੇ ਹੋ ਜਾਂ ਤੁਸੀਂ ਉੱਥੇ ਬੈਠ ਕੇ ਹਨਾ ਖਾਣਾ ਪੀਣਾ। ਆਪਣਾ ਇੱਥੇ ਦੀ ਵਾਈਟ ਵਾਸ਼ ਹੋ ਰਿਹਾ ਪੁਰਾਣੇ ਕੰਮ ਤੇ, ਬਿਲਕੁਲ ਹੀ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਸਾਨੂੰ ਬਹੁਤ ਦੁੱਖ ਹੁੰਦਾ ਕਿ ਅਸੀਂ ਹੁਣ ਨਵਾਂ ਤਾਂ ਕਰ ਰਹੇ ਹਾਂ, ਪੁਰਾਣਾ ਕੰਮ ਲੈ ਕੇ ਆ ਰਹੇ ਹਾਂ, ਆਪਣਾ ਨਵਾਂ ਕਰ ਰਹੇ ਹਾਂ, ਬਟ ਜਿਹੜਾ ਪੁਰਾਣਾ ਕੰਮ ਇੰਨਾ ਪਿਆ ਆ ਉਹਨੂੰ ਵਾਈਟ ਵਾਸ਼ ਨਹੀਂ ਕੀਤਾ ਜਾਣਾ ਚਾਹੀਦਾ ਆ ਕਿਉਂਕਿ ਉਹਨਾਂ ਨੂੰ ਦੇਖ ਕੇ ਹੀ ਅਸੀਂ ਸਿੱਖੇ ਹਾਂ। ਜੇ ਉਹ ਚਲਾ ਗਿਆ ਅਸੀਂ ਤਾਂ ਚਲੋ ਨਵਾਂ ਕਰ ਰਹੇ ਹਾਂ ਨਾ, ਠੀਕ ਹੈ, ਇਹਨੂੰ ਦੇਖ ਕੇ ਹੋਰ ਆਰਟਿਸਟ ਸਿੱਖ ਜਾਣਗੇ, ਪਰ ਜਿਹੜਾ ਪੁਰਾਣਾ ਹੈ ਜਿਹੜਾ ਬੇਸਿਕ ਤੋਂ ਸ਼ੁਰੂ ਹੋਇਆ ਆ ਉਹ ਜੇ ਖਤਮ ਹੋ ਗਿਆ ਉਸ ਤੋਂ ਬਾਅਦ ਇਹ ਆਰਟ ਹੌਲੀ ਹੌਲੀ ਖਤਮ ਹੋ ਜਾਣਾ ਤੇ ਅਸੀਂ ਇਹੀ ਚਾਹੁੰਦੇ ਕਿ ਉਹ ਆਰਟ ਬਚਿਆ ਰਵੇ ਤੇ ਉਹ ਉਸ ਆਰਟ ਤੋਂ ਹੀ ਅਸੀਂ ਸਿੱਖਿਆ ਤੇ ਅੱਗੇ ਆਉਣ ਵਾਲੀ ਜਨਰੇਸ਼ਨ ਵੀ ਉੱਥੋਂ ਹੀ ਸਿੱਖੇ। ਬਿਲਕੁਲ ਇਸ ਕੰਮ ਨੂੰ ਕਰਨ ਦੇ ਟੈਕਨੀਕਸ ਅਲੱਗ ਆ ਬਿਲਕੁਲ, ਜਿਵੇਂ ਆਪਾਂ ਵਾਲ ਦੇ ਉੱਪਰ ਪੇਂਟ ਕਰਤਾ ਜਸਟ ਇਹਦਾ ਬੇਸਿਕ ਤੋਂ ਜੇ ਆਪਾਂ ਸਹੀ ਪ੍ਰੋਸੈਸ ਨਾਲ ਚੱਲਦੇ ਆ ਤਾਂ ਬੇਸਿਕ ਤੋਂ ਸ਼ੁਰੂ ਕਰਨਾ ਪੈਂਦਾ, ਯਾਨੀ ਕਿ ਪੁੱਟੀ ਤੋਂ ਜਦੋਂ ਕਰਦੇ ਨਾ ਚੂਨਾ ਮਿੱਟੀ ਤੋਂ ਗਿੱਲੇ ਦੇ ਉੱਪਰ ਗਿੱਲੇ 'ਚ ਕੰਮ ਕਰਨਾ ਪੈਂਦਾ। ਇਹ ਕਲਰਸ ਬਣਾਉਣ ਲਈ ਖੁਦ ਪੱਥਰਾਂ ਨੂੰ ਪੀਸਣਾ ਪੈਂਦਾ, ਖੁਦ ਰੈਡੀ ਕਰਨੇ ਪੈਂਦੇ ਕਲਰਸ, ਉਹਨਾਂ ਨੂੰ ਕਾਫੀ ਲੰਬਾ ਪ੍ਰੋਸੈਸ ਹੁੰਦਾ ਤੇ ਸਾਨੂੰ ਉਹ ਚੀਜ਼ਾਂ ਸਿੱਖਣ ਨੂੰ ਮਿਲੀਆਂ ਸੀ ਕਿਲੇ 'ਚ ਜਦੋਂ ਕੰਮ ਕੀਤਾ। ਸਟੱਡੀ ਟਾਈਮ ਇਹ ਚੀਜ਼ਾਂ ਕੋਈ ਨਹੀਂ ਦੱਸਦਾ ਬਟ ਉਹ ਅਸੀਂ ਖੁਦ ਰੈਡੀ ਕੀਤੇ ਉਸ ਟਾਈਮ ਕਲਰਸ 5-6 ਦਿਨ ਲੱਗ ਜਾਂਦੇ ਸੀ ਇੱਕ ਛੋਟਾ ਜਿਹਾ ਕਲਰ ਰੈਡੀ ਕਰਨ ਲਈ। ਹਾਂਜੀ, ਉਹ ਸਾਰਾ ਕਿਉਂਕਿ ਉਸੇ ਪ੍ਰੋਸੈਸ 'ਚ ਹੀ ਕੰਮ ਹੋਇਆ ਕਿਲੇ ਦੇ ਵਿੱਚ ਜਿਵੇਂ ਪਹਿਲਾਂ ਟਾਈਮ 'ਚ ਹੋਇਆ ਸੀ, ਬਟ ਇਹ ਕਿ ਉਹ ਧਿਆਨ ਨਹੀਂ ਰੱਖ ਰਹੇ, ਆਪਣੀ ਗੌਰਮੈਂਟ ਨਹੀਂ ਰੱਖ ਰਹੀ ਜਾਂ ਕੋਈ ਜਿਵੇਂ ਟੈਂਡਰ ਪਾਸ ਹੁੰਦੇ ਆ ਕੰਪਨੀਜ਼ ਵਿੱਚੋਂ ਨਹੀਂ ਕਰ ਰਹੀ ਉਸ ਚੀਜ਼ ਤੇ ਸਾਨੂੰ ਇਹ ਕਿ ਉਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਆਪਣੇ ਪੁਰਾਣੇ ਕੰਮ ਨੂੰ ਸੰਭਾਲ ਕੇ ਰੱਖਿਆ ਜਾਵੇ। ਇਹ ਤਾਂ ਵੈਸੇ ਵੀ ਬਹੁਤ ਪੇਸ਼ੈਂਸ ਦਾ ਕੰਮ ਹੋਊਗਾ, ਬਹੁਤ ਸਬਰ ਦੇ ਨਾਲ ਜਾਂ ਅਣਖਿਝ ਹੋ ਕੇ ਕਰਨ ਵਾਲਾ ਕੰਮ ਹੋਊਗਾ ਹੈ ਨਾ। ਤੁਹਾਨੂੰ ਘੰਟਾ ਸਟਿਲ ਰਹਿਣਾ ਪੈਂਦਾ, ਤੁਹਾਨੂੰ ਇੱਥੇ ਤੱਕ ਆਪਣਾ ਸਾਹ ਰੋਕ ਕੇ ਲਾਈਨ ਲਾਉਣੀ ਪੈਂਦੀ ਆ, ਜਿੱਥੇ ਤੁਹਾਡਾ ਸਾਹ ਚੱਲਣਾ ਸ਼ੁਰੂ ਹੋਇਆ ਤੁਹਾਡੀ ਲਾਈਨ ਟੁੱਟ ਗਈ। ਇੰਨਾ ਕੁ ਜ਼ਿਆਦਾ ਮਤਲਬ ਪੇਸ਼ੈਂਸ ਚਾਹੀਦਾ ਇਸ ਕੰਮ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਉਹ ਕੰਮ ਬਚਿਆ ਰਵੇ। ਉਸ ਕੰਮ ਤੋਂ ਤਾਂ ਅਸੀਂ ਸਿੱਖੇ ਸੀਗੇ ਅੱਛਾ ਅਰਥ ਕਲਰਸ ਵੀ ਹੁੰਦੇ ਆ, ਪਿਗਮੈਂਟਸ ਹੁੰਦੇ ਆ, ਸਾਨੂੰ ਨਹੀਂ ਪਤਾ ਸੀਗਾ, ਉੱਥੋਂ ਸਾਨੂੰ ਪਤਾ ਲੱਗਿਆ ਪਿਗਮੈਂਟਸ ਹੁੰਦੇ ਆ ਤੇ ਵੈਟ ਟੂ ਵੈਟ ਕੰਮ ਹੁੰਦਾ ਆ ਤੇ ਅੱਛਾ ਟ੍ਰੇਸਿੰਗ ਹੁੰਦੀ ਸੀਗੀ, ਕਿਸ ਤਰ੍ਹਾਂ ਨਾਲ ਟ੍ਰੇਸਿੰਗ ਹੁੰਦੀ ਸੀਗੀ, ਇਹ ਸਾਨੂੰ ਨੌਲੇਜ ਤਾਂ ਉਹ ਪੁਰਾਣੇ ਕੰਮ ਨੂੰ ਦੇਖ ਕੇ ਮਿਲਿਆ। ਜੇ ਉਹ ਕੰਮ ਚਲਾ ਗਿਆ ਤੇ ਪੁਰਾਣਾ ਆਪਣੇ ਪੰਜਾਬ ਦੀ ਜਿਹੜੀ ਹਿਸਟਰੀ ਹੈ ਜਾਂ ਆਰਟ ਸੀਗਾ ਉਹ ਬਿਲਕੁਲ ਖਤਮ ਹੋ ਜਾਣਾ ਤੇ ਆਪਣੇ ਲਈ ਉਹ ਬਹੁਤ ਚੰਗੀ ਗੱਲ ਨਹੀਂ ਹੈਗੀ, ਇੱਕ ਆਰਟਿਸਟ ਲਈ ਬਹੁਤ ਬੁਰੀ ਗੱਲ ਹੋਊਗੀ। ਇੱਕ ਜਿਵੇਂ ਤੁਸੀਂ ਕਿਹਾ ਵੀ ਅਸੀਂ ਦੇਖ ਕੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ, ਬਹੁਤ ਸਾਰੀਆਂ ਉਹ ਚੀਜ਼ਾਂ ਵੀ ਸਾਨੂੰ ਪਤਾ ਲੱਗੀਆਂ ਜਿਹੜੀਆਂ ਕਿ ਪੜ੍ਹਾਈ ਦੌਰਾਨ ਕਲਾਸਰੂਮ ਦੇ ਵਿੱਚ ਨਹੀਂ ਦੱਸੀਆਂ ਜਾਂਦੀਆਂ ਨਾ। ਹੁਣ ਜਿਵੇਂ ਅਸੀਂ ਵੀ ਕੋਈ ਬਿਲਡਿੰਗ ਪੁਰਾਣੀ ਦੇਖਦੇ ਹਾਂ ਜਾਂ ਉਹਨਾਂ ਦਾ ਨਕਸ਼ਾ ਦੇਖਦੇ ਹਾਂ ਅਸੀਂ ਜਾਂ ਉਹ ਜਿਸ ਤਰੀਕੇ ਦੇ ਨਾਲ ਢੰਗ ਦੇ ਨਾਲ ਬਣਾਈਆਂ ਗਈਆਂ ਹੁੰਦੀਆਂ, ਸਾਨੂੰ ਲੱਗਦਾ ਕਿ ਉਹ ਵਾਲੇ ਆਰਕੀਟੈਕਚਰ ਸਾਡੇ ਨਾਲੋਂ ਜ਼ਿਆਦਾ ਅੱਗੇ ਸੀਗੇ ਹੈ ਨਾ। ਉਹ ਮਤਲਬ ਇੱਕ ਆਮ ਇਨਸਾਨ ਜਿਹਨੂੰ ਮੈਨੂੰ ਕਲਾ ਬਾਰੇ ਜ਼ਿਆਦਾ ਨਹੀਂ ਪਤਾ ਜਾਂ ਇਹ ਕਿਹੜੀ ਆਰਟ ਹੈ ਇਹਨੂੰ ਕੀ ਕਹਿੰਦੇ ਹੋਣਗੇ, ਮੈਂ ਸਿਰਫ ਦੇਖ ਕੇ ਇਹੀ ਕਹਿ ਸਕਦੀ ਹਾਂ ਕਿ ਉਹ ਮਤਲਬ ਸਾਡੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਘਰ ਬਣਾਉਂਦੇ ਹੁੰਦੇ ਸੀ, ਸਲੀਕੇ ਨਾਲ ਘਰ ਬਣਾਉਂਦੇ ਹੁੰਦੇ ਸੀ। ਸੋ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਉਹਨਾਂ ਘਰਾਂ ਨੂੰ ਦੇਖਣ ਦਾ, ਵੀ ਉਹਨਾਂ ਦੀ ਟੈਕਨੀਕ ਸਾਡੇ ਨਾਲੋਂ ਕਿਵੇਂ ਅਲੱਗ ਸੀਗੀ? ਅੱਜ ਕੱਲ੍ਹ ਆਪਣੇ ਸਾਰੇ ਲੋਕ ਮਾਡਰਨ ਵਿੱਚ ਚਲੇ ਗਏ ਨਾ, ਮਾਡਰਨ ਉਨੀ ਮਜ਼ਬੂਤੀ ਨਹੀਂ ਹੈਗੀ ਬਟ ਹਾਂ ਦਿਖਣ ਲਈ ਮਾਡਰਨ ਆ, ਜਲਦੀ ਬਣ ਜਾਂਦਾ, ਲੋਕਾਂ 'ਚ ਪੇਸ਼ੈਂਸ ਨਹੀਂ ਰਿਹਾ, ਉਹਨਾਂ ਨੂੰ ਹੁੰਦਾ ਸਾਰੇ ਕੰਮ ਜਲਦੀ ਤੋਂ ਜਲਦੀ ਹੋ ਜਾਣ। ਜਿਹੜੇ ਪੁਰਾਣੇ ਟਾਈਮ 'ਚ ਕੰਮ ਹੋਇਆ ਬਹੁਤ ਲੰਬਾ ਟਾਈਮ ਚੱਲਦੇ ਸੀ ਕੰਮ, ਉਨੀ ਹੀ ਮਜ਼ਬੂਤੀ ਵਾਲੇ। ਅੱਜ ਤਾਂ ਹੀ ਆਪਾਂ ਕਹਿ ਦਿੰਦੇ ਕਿਲਾ 400 ਸਾਲ ਪੁਰਾਣਾ 500 ਸਾਲ ਪੁਰਾਣਾ ਨਾ, ਆਪਣੇ ਘਰ ਨਹੀਂ 50 ਸਾਲ ਵੀ ਨਹੀਂ ਕੱਟਦੇ ਹੋਣਗੇ। ਪੇਸ਼ੈਂਸ ਚਾਹੀਦਾ ਹਰ ਇੱਕ ਕੰਮ ਕਰਨ ਨੂੰ। ਉਹਨਾਂ ਨੇ ਜਿਹੜੇ ਕੰਮ ਕਰ ਗਏ ਅੱਜ ਦੇ ਆਰਟਿਸਟ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੀ ਹੋਣ ਕੰਮ ਕਰ ਸਕਣ, ਕਿਉਂਕਿ ਪੇਸ਼ੈਂਸ ਨਹੀਂ ਬਚਿਆ ਲੋਕਾਂ ਦਾ। ਜਲਦੀ ਸਭ ਨੂੰ ਚਾਹੀਦਾ ਹੁੰਦਾ ਕਿ ਜਲਦੀ ਹੋ ਜੇ ਕੰਮ ਸਾਰਾ, ਤੇ ਹੈ ਕਿ ਸਿੱਖਣਾ ਚਾਹੀਦਾ ਉਹ ਚੀਜ਼ਾਂ ਨਾ, ਐਟਲੀਸਟ ਆਪਾਂ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਉਹਨਾਂ ਨੇ ਕਿਵੇਂ ਕੀਤਾ ਹੋਏਗਾ ਕੰਮ, ਇੰਨੀਆਂ ਬਿਲਡਿੰਗਸ ਕਿਵੇਂ ਬਣਾ ਗਏ, ਕਿਵੇਂ ਉਹ ਖੜੀਆਂ ਅੱਜ ਵੀ, ਕਿੰਨੀ ਮਜ਼ਬੂਤੀ ਆ। ਨਾਲੇ ਉਹਨਾਂ ਕੋਲ ਤਾਂ ਕੋਈ ਡਿਗਰੀ ਵੀ ਨਹੀਂ ਸੀ, ਅਸੀਂ ਤਾਂ ਡਿਗਰੀਆਂ ਲੈ ਕੇ ਫਿਰ ਉਸ ਤੋਂ ਬਾਅਦ ਕੰਮ ਕਰ ਰਹੇ ਹਾਂ। ਅਸੀਂ ਜਦੋਂ ਕਿਲੇ 'ਚ ਕੰਮ ਕਰਦੇ ਰਹੇ ਤਾਂ ਕੰਸਟਰਕਸ਼ਨ ਚੱਲ ਰਹੀ ਹੈ, ਹੁਣ ਵੀ ਚੱਲਦੀ ਆ, ਤੇ ਅਸੀਂ ਜਿਹੜੇ ਬਹੁਤ ਬਜ਼ੁਰਗ ਲੱਗੇ ਹੋਏ ਉੱਥੇ, ਅਸੀਂ ਉਹਨਾਂ ਕੋਲ ਜਾ ਕੇ ਬਹਿ ਜਾਣਾ, ਉਹਨਾਂ ਨੂੰ ਪੁੱਛਣਾ ਕਿ ਹਾਂਜੀ ਅੰਕਲ ਜੀ ਇਹ ਕਿਵੇਂ ਕੰਮ ਹੋਇਆ, ਮਤਲਬ ਇੰਨੀਆਂ ਮਜ਼ਬੂਤ ਕੰਧਾਂ ਅੱਜ ਵੀ ਕਿਵੇਂ ਨੇ, ਤੇ ਹੁਣ ਦੀਆਂ ਕੰਧਾਂ ਇੰਨੀ ਮਜ਼ਬੂਤ ਨਹੀਂ ਹੈਗੀਆਂ ਕਿਉਂ, ਤੇ ਹੁਣ ਉਦੋਂ ਕਿਲੇ ਨੇ ਠੰਡੇ ਹੁੰਦੇ ਸੀਗੇ, ਹੁਣ ਦੇ ਘਰ ਇੰਨੇ ਗਰਮ ਕਿਉਂ ਹੋ ਜਾਂਦੇ ਆ, ਰੀਜ਼ਨ ਅਸੀਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਪੁੱਤ ਜਿਹੜੀ ਮਟੀਰੀਅਲ ਅਸੀਂ ਪਹਿਲਾਂ ਯੂਜ਼ ਹੁੰਦਾ ਸੀਗਾ ਨਾ, ਉਹ ਮਟੀਰੀਅਲ ਹੁਣ ਤਾਂ ਸਿਰਫ ਸੀਮੈਂਟ ਤੇ ਇੱਟਾਂ ਰਹਿ ਗਈਆਂ ਨਾ, ਤੇ ਉਦੋਂ ਯੂਜ਼ ਹੁੰਦਾ ਦਾਲਾਂ ਦਾ ਪਾਣੀ ਯੂਜ਼ ਹੁੰਦਾ ਸੀਗਾ, ਗੁੜ ਦਾ ਪਾਣੀ ਯੂਜ਼ ਹੁੰਦਾ ਸੀਗਾ। ਹਾਂਜੀ, ਇਹਨਾਂ ਨਾਲ ਜਿਹੜੇ ਸੀਗੇ ਇਹਦੀ ਲਿਪਾਈ ਹੁੰਦੀ ਸੀਗੀ, ਜਿਹਦੇ ਕਰਕੇ ਇਹਨਾਂ ਦੀ ਕੰਧਾਂ ਦੀ ਮਜ਼ਬੂਤੀ ਹਜ਼ਾਰਾਂ ਸਾਲ ਬਣੀ ਰਹਿੰਦੀ ਸੀਗੀ ਤੇ ਘਰ ਠੰਡੇ ਹੁੰਦੇ ਸੀਗੇ। ਉਹ ਚੀਜ਼ਾਂ ਸਾਨੂੰ ਉਹਨਾਂ ਤੋਂ ਪਤਾ ਲੱਗੀਆਂ ਵੀ ਅੱਛਾ ਇਹ ਹੁੰਦਾ ਸੀਗਾ। ਤੇ ਹੁਣ ਮਿਊਜ਼ੀਅਮ ਜਿਵੇਂ ਕਿਲਾ ਮੁਬਾਰਕ ਅਸੀਂ ਜਾ ਕੇ ਹੁਣ ਵਿਜ਼ਿਟ ਕੀਤਾ ਤੇ ਉੱਥੇ ਅਸੀਂ ਦੇਖਿਆ ਕਿ ਕੋਈ ਵੀ ਪਿਲਰ ਨਹੀਂ ਹੈਗਾ,
ਮਤਲਬ ਇੰਨੇ ਫਿਟ ਉੱਪਰ ਜਿਹੜੀ ਛੱਤ ਬਣੀ ਹੋਈ ਹੈ ਤੇ ਇੰਨਾ ਕੁ ਚੌੜਾ ਬਣਿਆ ਹੋਇਆ ਵੀ ਇੱਕ ਵੀ ਪਿੱਲਰ ਨਹੀਂ ਹੈਗਾ। ਕਿਉਂ? ਇਹ ਰੀਜ਼ਨ ਕੀ ਹੈ ਨਾ, ਮਤਲਬ ਇੰਨੀ ਮਜ਼ਬੂਤੀ ਕਿੱਥੋਂ ਆਈਆਂ ਨੇ। ਤੇ ਅਸੀਂ ਬਹੁਤ ਸਾਰੀ ਚੀਜ਼ਾਂ, ਮਤਲਬ ਸਾਨੂੰ ਹਜੇ ਵੀ ਕੁਐਸਚਨ ਹੈਗੇ ਦਿਮਾਗ 'ਚ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਤਾ ਲੱਗੇ ਅੱਛਾ ਇਹ ਚੀਜ਼ਾਂ ਕਿਵੇਂ ਹੋਈਆਂ ਨਾ। ਇੰਨਾ ਵੁੱਡ ਦਾ ਕੰਮ ਸੀਲਿੰਗ ਤੇ ਕਿਵੇਂ ਟਿਕਾਇਆ ਗਿਆ, ਕਾਰਵਿੰਗ ਕੀਤੀ ਹੋਈ ਹੈ ਵੁੱਡ ਤੇ, ਉਹਨੂੰ ਸੀਲਿੰਗ ਤੇ ਲਾਇਆ ਹੋਇਆ, ਉਹ ਕਿਵੇਂ ਲਾਇਆ ਹੋਇਆ, ਕਿਸ ਤਰ੍ਹਾਂ ਨਾਲ, ਮਤਲਬ ਕਿਹੜੀ ਟੈਕਨੀਕ ਸੀਗੀਆਂ। ਤੇ ਉਹ ਚੀਜ਼ਾਂ ਹਜੇ ਵੀ ਹੈਗੀਆਂ ਮਨ 'ਚ। ਅਸੀਂ ਚਾਹੁੰਦੇ ਕਿ ਉਹ ਚੀਜ਼ਾਂ ਡਿਸਟਰੋਏ ਨਾ ਹੋ ਜਾਣ। ਜੇ ਪਈਆਂ ਤਾਂ ਅਸੀਂ ਕੁਐਸਚਨ ਸਾਡੇ ਮਾਈਂਡ 'ਚ ਆਣਗੇ, ਅਸੀਂ ਉਹਨਾਂ ਦੇ ਆਨਸਰ ਵੀ ਲੱਭਾਂਗੇ। ਜੇ ਉਹ ਖਤਮ ਹੀ ਹੋ ਗਈਆਂ ਫਿਰ ਸਾਨੂੰ ਪਤਾ ਹੀ ਨਹੀਂ ਲੱਗੂਗਾ ਵੀ ਅੱਛਾ ਚੀਜ਼ਾਂ ਸੀਗੀਆਂ। ਤੇ ਉਹ ਜਦੋਂ ਅਸੀਂ ਇਹ ਕਿ ਚੀਜ਼ਾਂ ਰਹਿਣ, ਜਿਹੜਾ ਵੀ ਪੁਰਾਣਾ ਕੰਮ ਪਿਆ ਸਾਡੇ ਇੰਡੀਆ 'ਚ, ਸਾਡੇ ਪੰਜਾਬ 'ਚ, ਉਹ ਪਿਆ ਰਵੇ। ਉਹਨੂੰ ਦੇਖ ਦੇਖ ਅਸੀਂ ਖੋਜ ਤਾਂ ਕਰੀਏ ਪੁਰਾਣੀ, ਹੈ ਨਾ। ਕੁਐਸਚਨਸ ਤਾਂ ਹੀ ਆਉਣਗੇ ਜਦੋਂ ਬੱਚਿਆਂ ਨੂੰ ਹੁਣ ਆਉਣ ਵਾਲੇ, ਸਾਨੂੰ ਤਾਂ ਚਲੋ ਫੇਰ ਪਤਾ ਹੈ ਸਾਡੇ ਕਿ ਹਜੇ ਕੁਝ ਵੀ ਚੀਜ਼ਾਂ ਪਈਆਂ ਆ, ਬਟ ਜਦੋਂ ਸਾਡੇ ਤੋਂ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਦਿਖਣਾ ਤੇ ਉਹ ਕਿੱਥੋਂ ਸਿੱਖਣਗੇ। ਇਹੀ ਚੀਜ਼ਾਂ ਨੇ ਕਿ ਪੰਜਾਬ 'ਚ ਆਰਟ ਬਹੁਤ ਆ, ਪੁਰਾਣਾ ਬਹੁਤ ਪਿਆ, ਪਰ ਉਹ ਖਤਮ ਹੋ ਰਿਹਾ, ਉਹਨੂੰ ਰੋਕਿਆ ਜਾ ਸਕਦਾ। ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਅਸੀਂ ਅਲੱਗ-ਅਲੱਗ ਲੋਕਾਂ ਨੂੰ ਜਾ ਕੇ ਮਿਲਦੇ ਹਾਂ, ਬਹੁਤ ਸਾਰੇ ਪੁਰਾਣੇ ਆਰਟਿਸਟਾਂ ਨੂੰ। ਕਿਲ੍ਹਾ ਮੁਬਾਰਕ ਜਦੋਂ ਤੁਸੀਂ ਕੰਮ ਕੀਤਾ ਪਟਿਆਲੇ, ਤਾਂ ਉੱਥੇ ਵੀ ਤੁਸੀਂ ਬਹੁਤ ਸਾਰੇ ਆਰਟਿਸਟਾਂ ਨੂੰ ਮਿਲੇ। ਹਾਂਜੀ। ਤਾਂ ਪੰਜਾਬ 'ਚ ਤੁਸੀਂ ਤਾਂ ਚਲੋ ਨਵੀਂ ਜਨਰੇਸ਼ਨ ਦੇ ਹੋ, ਪੰਜਾਬ 'ਚ ਇਹੋ ਜਿਹਾ ਕੰਮ ਕਰਨ ਵਾਲੇ ਕਿੰਨੇ ਕੁ ਲੋਕ ਨੇ, ਜਾਂ ਉਹਨਾਂ ਦਾ ਲਾਈਫ ਉਹਨਾਂ ਦੀ ਕਿਵੇਂ ਦੀ ਰਹੀ, ਉਹਨਾਂ ਨੂੰ ਪੰਜਾਬ 'ਚ ਕਿਵੇਂ ਦੀ ਸਪੋਰਟ ਮਿਲੀ? ਮੈਮ ਜਿਵੇਂ ਆਪਣੇ ਹੈਗੇ ਗੁਰਪ੍ਰੀਤ ਸਿੰਘ ਮਨਕੋ ਆਰਟਿਸਟ ਤੋਂ, ਉਹਨਾਂ ਨੇ ਦਰਬਾਰ ਸਾਹਿਬ 'ਚ ਵੀ ਕੰਮ ਕੀਤਾ। ਉਹਨਾਂ ਨੇ ਸਾਨੂੰ ਕਾਫੀ ਕੁਝ ਸਿਖਾਇਆ, ਉਹਨਾਂ ਨੇ ਕਾਫੀ ਹੈਲਪ ਕੀਤੀ ਵੀ ਕਿਸ ਤਰ੍ਹਾਂ ਪੁਰਾਣੇ ਟਾਈਮ 'ਚ ਕੰਮ ਹੁੰਦਾ ਸੀਗਾ। ਉਹਨਾਂ ਨੇ ਕੰਮ ਕੀਤੇ, ਪਰ ਇਹੀ ਆਪਣੇ ਦਿੱਕਤ ਇਹੀ ਆਉਂਦੀ ਹੈ ਕਿ ਆਰਟਿਸਟ ਨੂੰ ਮੌਕਾ ਘੱਟ ਮਿਲਦਾ ਅੱਗੇ ਆਉਣ ਦਾ। ਵੱਡੀਆਂ ਕੰਪਨੀਆਂ ਟੈਂਡਰਸ ਪਾਉਂਦੀਆਂ, ਵੱਡੀਆਂ ਕੰਪਨੀਆਂ ਨੇ ਆਪਦੇ ਹਿਸਾਬ ਨਾਲ ਕੰਮ ਕਰਾਉਣਾ, ਤੁਸੀਂ ਜਲਦੀ ਕਰਨਾ, ਕਿਵੇਂ ਕਰਨਾ ਕੰਮ, ਹੈ ਨਾ, ਸਾਰਾ ਕੰਮ। ਤੇ ਉੱਥੇ ਆਰਟਿਸਟ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਮਿਲਦਾ। ਲੋਕਾਂ ਨੂੰ ਪਤਾ ਹੀ ਨਹੀਂ ਵੀ ਇੱਥੇ ਕੰਮ ਕੌਣ ਕਰਕੇ ਗਿਆ, ਕਿਵੇਂ ਕਰਕੇ ਗਿਆ। ਕੰਪਨੀਜ਼ ਆਪਣੇ ਹਿਸਾਬ ਨਾਲ ਕਰਵਾ ਲੈਂਦੀਆਂ, ਗੌਰਮੈਂਟ ਵੱਲੋਂ ਟੈਂਡਰ ਜ਼ਿਆਦਾ ਪਾਸ ਹੁੰਦਾ, ਘੱਟ ਪੈਸੇ ਲਗਾ ਕੇ ਆਰਟਿਸਟ ਤੋਂ ਉਸ ਤਰ੍ਹਾਂ ਦਾ ਕੰਮ ਕਰਵਾ ਲੈਂਦੀਆਂ। ਤੇ ਉੱਥੇ ਆਰਟਿਸਟ ਨੂੰ ਕਰਨਾ ਪੈਂਦਾ, ਉਹਦੀ ਮਜਬੂਰੀ ਹੋ ਜਾਂਦੀ ਆ ਕਿ ਜਿਸ ਤਰ੍ਹਾਂ ਉਹਨੂੰ ਆਰਡਰ ਮਿਲੇਗਾ ਉਹਨੂੰ ਉਸ ਤਰ੍ਹਾਂ ਦਾ ਹੀ ਕੰਮ ਕਰਨਾ ਪੈਂਦਾ। ਸਾਨੂੰ ਇਹ ਹੈ ਕਿ ਬਈ ਜੇ ਹੋ ਸਕਦਾ, ਇਹ ਪੋਸੀਬਲ ਹੋ ਸਕਦਾ, ਤਾਂ ਗੌਰਮੈਂਟ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਜਿਹੜੇ ਪੇਂਟਿੰਗ ਹੋ ਗਏ ਜਾਂ ਆਰਕੀਟੈਕਟ ਦੇ ਕੰਮ ਹੋ ਗਏ, ਉਹ ਆਰਟਿਸਟ ਨੂੰ ਦਿੱਤੇ ਜਾਣ ਜਿਨ੍ਹਾਂ ਨੂੰ ਉਸ ਬਾਰੇ ਨੌਲੇਜ ਹੈ। ਤੇ ਜਿਨ੍ਹਾਂ ਨੂੰ ਕੰਪਨੀਜ਼ ਨੂੰ ਉਸ ਬਾਰੇ ਨੌਲੇਜ ਨਹੀਂ ਹੁੰਦੀ, ਉਹ ਸਿੱਧਾ ਆਰਟਿਸਟ ਤੋਂ ਕੰਮ ਕਰਵਾ ਲੈਂਦੀਆਂ ਆਪਣੇ ਹਿਸਾਬ ਨਾਲ। ਉਸ ਤਰ੍ਹਾਂ ਕੰਮ ਖਰਾਬ ਹੋ ਰਿਹਾ ਬਹੁਤ ਜ਼ਿਆਦਾ, ਕਿਉਂਕਿ ਕੰਪਨੀਜ਼ ਨੂੰ ਇਹ ਹੁੰਦਾ ਕਿ ਅਸੀਂ ਪੈਸਾ ਬਚਾ ਲਈਏ ਜਿੰਨਾ ਵੱਧ ਤੋਂ ਵੱਧ ਹੋ ਸਕਦਾ। ਮੈਮ ਜਿਵੇਂ ਕਿ ਨਾ ਬਹੁਤ ਏਜਡ ਹੈ ਨਾ ਉਹ ਆਰਟਿਸਟ ਗੁਰਪ੍ਰੀਤ ਸਿੰਘ ਮਨਕੋ ਸਰ, ਤੇ ਅਸੀਂ ਉਹਨਾਂ ਨੂੰ ਸਿੱਖਿਆ। ਉਹਨਾਂ ਨੇ ਨਾ ਬਹੁਤ ਹੀ ਹੰਬਲ ਹੋ ਕੇ ਸਾਨੂੰ ਸਾਰੀ ਚੀਜ਼ਾਂ ਦੱਸਤੀਆਂ। ਅਸੀਂ ਨਾ, ਸਾਨੂੰ ਬਿਲੀਵ ਵੀ ਨਹੀਂ ਹੋਇਆ ਪਹਿਲੀ ਵਾਰੀ, ਕਿਉਂਕਿ ਅਸੀਂ ਬਹੁਤ ਜਗ੍ਹਾ ਹੋਰ ਵੀ ਘੁੰਮ ਕੇ ਆਏ, ਪਰ ਸਾਨੂੰ ਇਸ ਤਰ੍ਹਾਂ ਦੀ ਤਰੀਕੇ ਨਾਲ ਨੌਲੇਜ ਕਿਸੇ ਨੇ ਵੀ ਨਹੀਂ ਦਿੱਤੀ। ਉਹ ਹਜੇ ਵੀ ਨਾ, ਮਤਲਬ ਕਿ ਕੋਈ ਵੀ ਨਿੱਕੀ ਤੋਂ ਨਿੱਕੀ ਚੀਜ਼ ਉਹਨਾਂ ਨਾਲ ਦੀ ਨਾਲ ਦੱਸਦੇ ਨੇ ਕਿ ਮਤਲਬ ਇਸ ਤਰ੍ਹਾਂ ਦਾ ਕੰਮ ਹੈ, ਐਂ ਕਰ ਲਓ ਹੋ ਜਾਊਗਾ, ਠੀਕ ਹੈ ਸਰ, ਹਾਂਜੀ ਕਰ ਲਾਂਗੇ ਨਾ। ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਪੁਰਾਣੇ ਨਾ। ਤੇ ਅੱਜ ਵੀ ਉਹਨਾਂ ਦੀ ਲਾਈਫ ਉੱਥੇ ਹੀ ਆ, ਮਤਲਬ ਜਿਹੜੇ ਲੈਵਲ ਤੇ ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਸੀਗੇ ਕਿ ਇੱਕ ਇਸ ਤਰ੍ਹਾਂ ਦਾ ਆਰਟਿਸਟ ਜਿਹੜਾ ਬਹੁਤ ਹੰਬਲ ਆ, ਉਹਨੂੰ ਬਹੁਤ ਡਾਊਨ ਟੂ ਅਰਥ ਆ, ਜਿਹਨੂੰ ਕੋਈ ਮਤਲਬ ਨਹੀਂ ਪੈਸਿਆਂ ਨਾਲ ਜ਼ਿਆਦਾ ਨਾ, ਤੇ ਨੌਲੇਜ ਉਹਨੂੰ ਵੰਡਣ 'ਚ ਬਿਲੀਵ ਕਰਦਾ ਨਾ ਉਹ। ਤੇ ਹਜੇ ਵੀ ਉਸੇ ਲੈਵਲ ਤੇ ਹੈਗਾ, ਮਤਲਬ ਜਿਹੜੇ ਲੈਵਲ ਤੇ ਉਹਨਾਂ ਨੂੰ ਹੋਣਾ ਚਾਹੀਦਾ ਸੀਗਾ ਉੱਥੇ ਨਹੀਂ ਹੈਗੇ ਉਹ। ਤੇ ਉਹੀ ਆਪਣੀ ਲਾਈਫ ਇੱਕ ਬਹੁਤ ਗਰੀਬੀ ਨਾਲ ਜੀ ਰਿਹਾ, ਤੇ ਉਹਨਾਂ ਨੂੰ ਇੰਨੇ ਕੰਮ ਕਰ ਕਰਕੇ ਉਹਨਾਂ ਦਾ ਸਰਵਾਈਕਲ ਇੰਨਾ ਕੁ ਜ਼ਿਆਦਾ ਵੱਧ ਚੁੱਕਿਆ ਕਿ ਉਹਨਾਂ ਡੋਮ ਤੇ ਕੰਮ ਕੀਤਾ। ਉਹ ਕਹਿੰਦੇ ਮੈਂ ਬਹੁਤ, ਮਤਲਬ ਮੇਰਾ ਬੋਡੀ ਮੇਰੀ ਬਹੁਤ ਪੇਨਫੁਲ ਰਹਿੰਦੀ ਆ, ਬਟ ਫਿਰ ਵੀ ਮੇਰਾ ਸ਼ੌਂਕ ਆ, ਕਹਿੰਦੇ ਮੈਂ ਗੁਰਬਾਣੀ ਚਲਾਣੀ ਤੇ ਮੇਰਾ ਕੰਮ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ। ਦੇਖੋ ਕਿੰਨਾ ਉਹਨਾਂ ਕੰਮ 'ਚ ਕਿੰਨੇ ਕੁ ਜ਼ਿਆਦਾ ਆਪਦੇ ਖੁੱਬੇ ਹੋਏ ਕਿ ਉਹਨਾਂ ਨੂੰ ਹੋਰ ਕੁਛ ਨਹੀਂ ਦਿਖਦਾ, ਉਹਨੂੰ ਆਪਣੀ ਗਰੀਬੀ ਵੀ ਨਹੀਂ ਦਿਖਦੀ ਪਈ। ਤੇ ਸਾਨੂੰ ਇਹ ਕਿ ਜੇ ਇੰਨੀ ਮਿਹਨਤ ਕਰਦੇ ਆ, ਠੀਕ, ਅੱਜ ਦੇ ਟਾਈਮ 'ਚ ਤੁਹਾਨੂੰ ਹਰ ਚੀਜ਼ ਦੀ ਨੀਡ ਹੈਗੀ ਹੈ। ਆਪਾਂ ਕਹੀਏ ਕਿ ਸਾਨੂੰ ਵੀ ਇੰਸਟਾਗ੍ਰਾਮ ਤੇ ਹੋਰ ਤੇ ਕੰਮ ਲੋਕ ਕਹਿੰਦੇ ਸਾਡਾ ਇਹ ਕੰਮ ਕਰ ਦਿਓ, ਤੁਹਾਡੀ ਪੈਨਸਿਲ ਹੀ ਤਾਂ ਲੱਗਣੀ ਆ, ਤੁਹਾਡੀ ਇੱਕ 5 ਰੁਪਏ ਦੀ ਪੈਨਸਿਲ ਤਾਂ ਲੱਗੂਗੀ, ਜੇ ਤੁਹਾਨੂੰ ਦੇ ਦਿੰਦੇ ਆ ਨਾ। ਤੇ ਕਿ ਸਰ ਪੈਨਸਿਲ ਲੱਗਣੀ ਹੈ, ਪਰ ਜਿੰਨੇ ਕੁ ਸਾਲ ਅਸੀਂ ਸਿੱਖਣ ਚ ਲਾਏ ਤੇ ਜਿੰਨੀ ਕੀ ਮਿਹਨਤ ਸਾਡੀ ਲੱਗੂਗੀ, ਉਹਦੀ ਕੀਮਤ ਤੁਸੀਂ ਨਾ, ਚਾਹੇ ਤੁਹਾਨੂੰ 1000 ਰੁਪਏ ਵੀ ਦੇ ਦੋਗੇ ਨਾ, ਉਹ 5 ਰੁਪਏ ਦੀ ਪੈਨਸਿਲ ਨਾਲ ਸਾਨੂੰ ਸਾਡੇ ਲਈ ਉਹ ਵੀ ਘੱਟ ਆ। ਅਸੀਂ ਆਪਦੀ ਫੀਲਿੰਗਸ ਪਾਉਣੀ ਹੁੰਦੀ ਆ ਉਹ ਕੰਮ 'ਚ, ਸਾਡੀ ਮਿਹਨਤ ਪਾਉਣੀ ਹੁੰਦੀ ਆ। ਸਾਡੇ ਇੱਕ ਆਰਟ ਨੂੰ, ਇੱਕ ਆਰਟਿਸਟ ਨੂੰ ਨਾ 5 ਰੁਪਏ ਨਾਲ ਲੋਕ ਕਵਰ ਅਪ ਕਰ ਦਿੰਦੇ, ਠੀਕ ਆ ਵੀ ਇਹ ਨਾ ਇੰਨੀ ਤਾਂ ਮਿਹਨਤ ਆ। ਸਾਨੂੰ ਬਹੁਤ ਦੁੱਖ ਹੁੰਦਾ। ਅਸੀਂ ਤਾਂ ਚਲੋ ਠੀਕ ਆ, ਅੱਜ ਦੇ ਟਾਈਮ 'ਚ ਫਿਰ ਵੀ ਮੈਮ ਪੈਸੇ ਫਿਰ ਵੀ ਕਿਤੇ ਨਾ ਕਿਤੇ ਮਿਲ ਜਾਂਦੇ ਆ, ਉਹਨੇ ਕਿ ਨਹੀਂ ਮਿਲਦੇ, ਫਿਰ ਵੀ ਮਿਲ ਜਾਂਦੇ। ਜਿਹੜੇ ਪੁਰਾਣੇ ਆਰਟਿਸਟ ਸੀ ਨਾ, ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਸੀਗਾ। ਇਸੇ ਕਰਕੇ ਹੌਲੀ ਹੌਲੀ ਉਹ ਚੀਜ਼ਾਂ ਖਤਮ ਹੋ ਗਈਆਂ ਤੇ ਸਾਡੇ ਘਰਦਿਆਂ ਨੂੰ ਵੀ ਇਹ ਲੱਗਣ ਲੱਗ ਗਿਆ ਵੀ ਇਹਨਾਂ ਕੰਮਾਂ 'ਚ ਕੀ ਰੱਖਿਆ। ਹਾਂਜੀ, ਤੇ ਪ੍ਰਾਈਵੇਟ ਆਰਟ ਦਾ ਕੰਮ ਕਿਸੇ ਪ੍ਰਾਈਵੇਟ ਕੰਪਨੀ ਨੂੰ ਚਲੋ ਤੁਸੀਂ ਦੇ ਵੀ ਰਹੇ ਹੋ, ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਐਟਲੀਸਟ ਆਰਟ ਦੀ ਨੌਲੇਜ ਹੋਣੀ ਚਾਹੀਦੀ ਹੈ। ਉਹਨਾਂ ਨੂੰ ਆਰਟ ਦਾ ਕੁਝ ਵੀ ਨਹੀਂ ਪਤਾ ਹੁੰਦਾ, ਤੇ ਹੁਣ ਬਿਜ਼ਨਸ ਬਣ ਚੁੱਕਿਆ ਆਰਟ।
ਤੇ ਜਿਹੜੇ ਪੁਰਾਣੇ ਆਰਟਿਸਟ ਆ ਉਹਨਾਂ ਨੂੰ ਦੇਖ ਕੇ, ਜਿਹੜੇ ਸੀਰੀਅਸਲੀ ਆਰਟ ਨੂੰ ਪਸੰਦ ਕਰਦੇ ਉਹਨਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ। ਤੇ ਜਿਹੜੇ ਸਾਡੇ ਵਰਗੇ ਸਾਨੂੰ ਆਉਂਦਾ ਕਿ ਨਹੀਂ, ਆਰਟ ਫਾਈਨੈਂਸ਼ੀਅਲੀ ਸਟਰੋਂਗ ਤਾਂ ਹੋਣਾ, ਬਟ ਆਰਟ ਨੂੰ ਪਹਿਲੀ ਪ੍ਰੈਫਰੈਂਸ ਦੇਣੀ ਆ। ਤੇ ਸਾਡੇ ਲਈ ਵੀ ਬਹੁਤ ਦੁੱਖ ਹੁੰਦਾ, ਸਾਨੂੰ ਵੀ ਉਹਨਾਂ ਨੂੰ ਦੇਖ ਕੇ ਤਕਲੀਫ ਹੁੰਦੀ ਹੈ ਕਿ ਸ਼ਾਇਦ ਸਾਡੇ ਨਾਲ ਵੀ ਇਹੀ ਕੁਝ ਹੋਊਗਾ। ਜੇ ਅਸੀਂ ਇੰਨੇ ਕੁ ਤਰੀਕੇ ਨਾਲ ਆਰਟ ਨੂੰ ਇੰਨਾ ਕੁ ਪਿਆਰ ਕਰਦੇ ਹਾਂ ਤੇ ਐਟ ਦਾ ਐਂਡ ਸਾਡੇ ਨਾਲ ਵੀ ਇਹੀ ਪ੍ਰੋਬਲਮਸ ਨਾ ਆਵੇ ਜਿਵੇਂ ਉਹ ਦੇਖ ਰਹੇ ਆ। ਤੇ ਅਸੀਂ ਰਿਕੁਐਸਟ ਕਰਨਾ ਚਾਹੁੰਦੇ ਹਾਂ ਤੁਹਾਡੇ ਥਰੂ, ਤੁਹਾਡੇ ਚੈਨਲ ਦੇ ਥਰੂ, ਕਿ ਗਵਰਨਮੈਂਟ ਨੂੰ ਕਿ ਪਲੀਜ਼ ਇਸ ਪ੍ਰੋਬਲਮ ਨੂੰ ਸੋਲਵ ਕਰਨ, ਇੱਕ ਆਰਟਿਸਟ ਨੂੰ, ਇੱਕ ਆਰਟ ਨੂੰ ਇੱਕ ਮੌਕਾ ਦੇਣ। ਜਿਹੜੇ ਸਾਡੇ ਬਹੁਤ ਕੰਮ ਆਪਣੇ ਪੰਜਾਬ 'ਚ, ਤੇ ਉਸ ਕੰਮ ਨੂੰ ਇੱਕ ਆਰਟਿਸਟ ਦੇ ਹੱਥੋਂ ਉਹੀ ਕਰਨ, ਇੱਕ ਉਹਨੂੰ ਪ੍ਰਾਈਵੇਟਲੀ ਉਹਨੂੰ ਬਿਜ਼ਨਸ ਬਣਾ ਕੇ ਨਾਲ ਲੈ ਕੇ ਚੱਲਣ, ਉਹਨੂੰ ਇੱਕ ਆਰਟਿਸਟ ਦੇ ਤਰੀਕੇ ਨਾਲ ਹੀ ਉਹ ਕੰਮ ਚੱਲੇ ਤੇ ਉਹ ਬਹੁਤ ਸੋਹਣਾ ਨਿਕਲ ਕੇ ਆਊਗਾ। ਸ਼ਾਇਦ ਇਹ ਵੀ ਮੈਂ ਬਿਲੀਵ ਕਰਕੇ ਕਹਿ ਸਕਦੇ ਹਾਂ ਕਿ ਜਿੰਨਾ ਦਾ ਪੈਸਾ ਉਹ ਟੈਂਡਰ ਪਾਸ ਕਰਦੇ ਆ, 10 ਕਰੋੜ 20 ਕਰੋੜ 50 ਕਰੋੜ, ਉਹਨਾਂ ਤੋਂ ਬਹੁਤ ਘੱਟ ਪੈਸਿਆਂ ਨਾਲ ਕੰਮ ਹੋ ਸਕਦਾ। ਹਾਂ ਬਿਲਕੁਲ, ਹਾਂਜੀ, ਕਿਉਂਕਿ ਹਰ ਕਿਸੇ ਨੂੰ ਪਤਾ ਕਿ ਟੈਂਡਰ ਪਾਸ ਕਿੰਨੇ ਦਾ ਹੁੰਦਾ ਤੇ ਇੱਕ ਆਰਟਿਸਟ ਕੋਲ ਜਾਂਦਾ ਕਿੰਨੇ 'ਚ ਆ। ਤੇ ਜੇ ਉਹ ਆਰਟਿਸਟ ਕੋਲ ਹੀ ਜਾਊਗਾ, ਆਈ ਬਿਲੀਵ ਕਿ ਉਹ ਹਾਫ ਰੇਟ 'ਚ ਕੰਮ ਹੋਊਗਾ ਤੇ ਉਹ ਤੋਂ 10 ਗੁਣਾ ਵੱਧ ਸੋਹਣਾ ਕੰਮ ਹੋਊਗਾ। ਤੇ ਨਾਲੇ ਸਾਡੇ ਕੋਲੇ ਹੱਥੀਂ ਕੰਮ ਕਰਨ ਵਾਲੇ ਲੋਕ ਬਚੇ ਰਹਿਣਗੇ। ਕਿੰਨੇ ਲੋਕ ਨੇ ਜਿਹੜੇ ਹੱਥਾਂ ਨਾਲ ਪਹਿਲਾਂ ਕੰਮ ਹੁੰਦੇ ਸੀ ਤੇ ਉਹ ਸਾਰੇ ਛੱਡ ਗਏ ਨੇ ਕਿਉਂਕਿ ਲੋਕੀ ਮਿਹਨਤ ਹੀ ਨਹੀਂ ਦਿੰਦੇ। ਹਾਲਾਂਕਿ ਜਿਵੇਂ ਬਾਈ ਜੀ ਹੁਣੀ ਦੱਸ ਰਹੇ ਸੀਗੇ ਵੀ ਆਹ ਪੂਰਾ ਇੱਕ ਤਖਤਾ ਬਣਨ ਦੇ ਲਈ 3 ਸਾਲ ਲੱਗੇ ਨੇ, ਕਿਉਂਕਿ ਇਹ ਸਾਰਾ ਹੀ ਹੱਥ ਦੇ ਨਾਲ ਬਣਿਆ ਹੋਇਆ ਹੈ। ਬਣਨ ਨੂੰ ਤਾਂ ਇਹ ਮਸ਼ੀਨੀ ਵੀ ਬਣ ਸਕਦਾ ਸੀ, ਪਰ ਇੱਕ ਜਿਹੜੀ ਵਾਈਬ ਆਉਂਦੀ ਆ ਜਾਂ ਇੱਕ ਅਹਿਸਾਸ ਤੁਹਾਡੇ ਤੱਕ ਅੱਗੇ ਆਉਂਦਾ ਵੀ ਇਹ ਹੱਥੀਂ ਬਣੀ ਹੋਈ ਚੀਜ਼ ਆ ਨਾ, ਉਹ ਅਲੱਗ ਹੀ ਹੁੰਦਾ। ਇੱਕ ਉਹਦਾ ਔਰਾ ਵੀ ਫਿਰ ਕ੍ਰੀਏਟ ਹੁੰਦਾ ਹੀ ਹੁੰਦਾ। ਮਸ਼ੀਨੀ ਚੀਜ਼ ਮਸ਼ੀਨੀ ਰਹੂਗੀ ਹੈ ਨਾ, ਇੱਕ ਕਲਾਕਾਰ ਨੂੰ ਕੰਮ ਵੀ ਮਿਲ ਰਿਹਾ। ਬਿਲਕੁਲ, ਹਾਂਜੀ। ਜੇ ਇਹੀ ਸੋਚ ਵਾਲੇ ਲੋਕ ਘੱਟ ਰਹੇ ਆ, ਜੇ ਇਹ ਜੋ ਸੋਚ ਵਾਲੇ ਲੋਕ ਹੋਣ ਤੇ ਕਲਾਕਾਰ ਕਦੇ ਵੀ ਭੁੱਖਾ ਨਹੀਂ ਮਰੂਗਾ ਤੇ ਕਲਾਕਾਰ ਕੋਲ ਬਹੁਤ ਕੰਮ ਹੋਊਗਾ। ਹਰ ਚੀਜ਼ ਮਸ਼ੀਨ ਨਾਲ ਬਣ ਰਹੀ ਆ, ਇਨਸਾਨ ਵੀ ਮਸ਼ੀਨ ਹੀ ਬਣ ਰਿਹਾ ਤੇ ਮੈਨੂਅਲੀ ਚੀਜ਼ਾਂ ਬਹੁਤ ਖਤਮ ਹੋ ਰਹੀਆਂ। ਮੈਨੂਅਲੀ ਚੀਜ਼ਾਂ ਦੀ ਲਾਈਫ ਬਹੁਤ ਜ਼ਿਆਦਾ ਹੁੰਦੀ ਆ। ਹਾਂ, ਜਿਵੇਂ ਚੀਜ਼ਾਂ ਨਾ ਇੱਕ ਦੂਜੇ ਦੇ ਨਾਲ ਜੁੜੀਆਂ ਹੁੰਦੀਆਂ। ਆਪਾਂ ਕਹਿੰਦੇ ਆ ਕਿ ਅੱਜ ਦੇ ਟਾਈਮ 'ਚ ਸਾਡੇ ਅੰਦਰ ਸਬਰ ਖਤਮ ਹੁੰਦਾ ਜਾ ਰਿਹਾ, ਸਾਡੇ ਅੰਦਰ ਮਤਲਬ ਉਨਾ ਠਰਮਾ ਨਹੀਂ ਰਿਹਾ ਹੈਗਾ। ਤਾਂ ਵਾਕਈ ਜਿਹੜੀਆਂ ਚੀਜ਼ਾਂ ਜਿਹੜੀਆਂ 10 ਦਿਨ ਲਾ ਕੇ ਹੋਣੀਆਂ ਨੇ, ਜੇ ਮਸ਼ੀਨ ਉਹਨੂੰ 10 ਮਿੰਟ 'ਚ ਖਤਮ ਕਰ ਰਹੀ ਹੈ ਤਾਂ ਸਾਡਾ ਪੇਸ਼ੈਂਸ ਲੈਵਲ ਉਨਾ ਹੀ ਘੱਟ ਜਾਊਗਾ, ਹੈ ਨਾ। ਸੋ ਇਹ ਪ੍ਰੈਕਟਿਸ ਵੀ ਆ ਇੱਕ ਬਹੁਤ ਵਧੀਆ ਕਿ ਤੁਸੀਂ ਆਪਣਾ ਜੇ ਸਬਰ, ਆਪਣੀ ਸਹਿਣਸ਼ੀਲਤਾ ਵਧਾ ਕੇ ਰੱਖਣੀ ਹੈ ਤਾਂ ਹਰ ਇੱਕ ਚੀਜ਼ ਨੂੰ ਹੱਥੀਂ ਕਰਨ ਦੀ ਕੋਸ਼ਿਸ਼ ਕਰੀਏ ਨਾ। ਹੁਣ ਜਿਹੜਾ ਇਹ ਕੰਮ ਤੁਹਾਡਾ ਆਪਾਂ ਇਸ ਡਿਊਟੀ ਦੇ ਵਿੱਚ ਬੈਠ ਕੇ ਦੇਖ ਰਹੇ ਹਾਂ ਨਾ, ਜਾਂ ਜਿਹੜਾ ਤੁਸੀਂ ਡੋਮ ਤਿਆਰ ਕੀਤਾ ਹੈ, ਇਹ ਜਿਵੇਂ ਜਿਹੜੇ ਦੇ ਡਿਜ਼ਾਈਨ ਨੇਗੇ ਉਹ ਤੁਸੀਂ ਫਿਰ ਕਿੱਥੋਂ ਲੈਂਦੇ ਹੋ? ਕੋਈ ਰੈਫਰੈਂਸ ਹੁੰਦੀ ਹੈ ਤੁਹਾਡੀ ਜਾਂ ਤੁਹਾਡੀ ਇੱਕ ਆਪਣੀ ਕ੍ਰੀਏਸ਼ਨ ਹੁੰਦੀ ਹੈ ਕਿ ਇਹਨੂੰ ਆਪਾਂ ਇਦਾਂ ਕਰੀਏ? ਅਸੀਂ ਇਹ ਕੰਮ ਥੋੜਾ ਜਿਹਾ ਜਿਵੇਂ ਪੁਰਾਣੇ ਟਾਈਮ 'ਚ ਕੰਮ ਹੁੰਦਾ ਸੀ ਉਹਨਾਂ ਤੋਂ ਅਸੀਂ ਰੈਫਰੈਂਸਸ ਲਈਆਂ ਕਿ ਵੀਰੇ ਨੂੰ ਚਾਹੀਦਾ ਸੀਗਾ ਕਿ ਮੈਨੂੰ ਪੁਰਾਣਾ ਹੀ ਕੰਮ ਚਾਹੀਦਾ, ਉਸ ਟਾਈਪ ਦਾ ਮਾਡਰਨ ਕੰਮ ਨਹੀਂ ਹੋਏਗਾ। ਤੇ ਪੁਰਾਣੇ ਟਾਈਮ 'ਚ ਆਰਟਿਸਟ ਨੇ ਕਿਹੜੇ ਡਿਜ਼ਾਈਨਸ ਯੂਜ਼ ਕੀਤੇ, ਬਿਲਕੁਲ ਸੇਮ ਨਹੀਂ ਬਣਾਇਆ ਆਪਾਂ, ਮੋਡੀਫਿਕੇਸ਼ਨ ਥੋੜੀ ਹੋਈ ਹੈ ਉਹਨਾਂ ਦੇ ਵਿੱਚ। ਬਟ ਹਾਂ, ਅਸੀਂ ਰੱਖਿਆ ਪੁਰਾਣੇ ਡਿਜ਼ਾਈਨਸ ਜੋ ਆਪਣੇ ਕਿਲਿਆਂ ਦੇ ਵਿੱਚ ਯੂਜ਼ ਹੋਇਆ, ਗੁਰਦੁਆਰਾ ਸਾਹਿਬ ਦੇ ਵਿੱਚ ਪੁਰਾਣੇ 'ਚ ਯੂਜ਼ ਹੋਏ ਆ, ਉਹਨਾਂ ਨੂੰ ਦੇਖ ਕੇ ਅਸੀਂ ਅਲੱਗ ਕੰਮ ਕੀਤਾ ਥੋੜਾ। ਉਹਨਾਂ ਦੇ ਬਿਲਕੁਲ ਡਿਜ਼ਾਈਨ ਕਾਪੀ ਨਹੀਂ ਹੋਏਗੇ, ਥੋੜਾ ਆਪਣੀ ਵਿੱਚ ਐਡੀਸ਼ਨ ਕੀਤੀ ਆ। ਤੇ ਪਰ ਉਹ ਪੁਰਾਣਾ ਰੰਗ ਵੀ ਨਾਲ ਰੱਖਿਆ, ਕਲਰਸ ਉਹੀ ਰੱਖਿਆ। ਕਿਹੜੇ ਕਲਰਸ ਪਹਿਲਾਂ ਵਾਲੇ ਟਾਈਮ 'ਚ ਯੂਜ਼ ਹੁੰਦੇ ਸੀਗੇ, ਕਿਹੜੇ ਮੇਨ ਕਲਰਸ, ਪ੍ਰਾਇਮਰੀ ਕਲਰਸ ਆਰਟਿਸਟ ਨੇ ਯੂਜ਼ ਕੀਤੇ ਆ, ਉਹੀ 3-4 ਕਲਰਸ ਹੀ ਅੱਗੇ ਰੱਖੇ ਆਪਾਂ। ਬਹੁਤ ਜ਼ਿਆਦਾ ਕਲਰਸ ਨਹੀਂ ਲੈ ਕੇ ਜਾਣੇ ਇਹਦੇ ਵਿੱਚ। ਪੁਰਾਣੇ ਟਾਈਮ 'ਚ ਜਿਵੇਂ ਕਲਰਸ ਯੂਜ਼ ਕਰਦੇ ਸੀਗੇ ਉਹ ਤਾਂ ਪੱਥਰਾਂ ਨੂੰ ਪੀਸ ਕੇ ਬਣਾ ਲੈਂਦੇ ਸੀਗੇ। ਉਹਨਾਂ ਨੇ ਕਿਹੜਾ ਕੈਮੀਕਲ ਕਲਰਸ, ਤਾਂ ਜਿੰਨੇ ਮਰਜ਼ੀ ਸ਼ੇਡਸ ਬਣਾ ਲਓ, ਉਹ ਉਹਨੇ ਕਿ ਜਿਹੜੇ ਕਲਰਸ ਰੱਖਦੇ ਸੀਗੇ ਉਹ 3-4 ਕਲਰਸ ਹੀ ਯੂਜ਼ ਹਮੇਸ਼ਾ ਆਰਟਿਸਟ। ਉਵੇਂ ਆਪਾਂ ਇੱਥੇ ਵੀ 3-4 ਹੀ ਕਲਰ ਯੂਜ਼ ਕੀਤੇ ਆ। ਤੇ ਵਿੱਚ 골ਡ ਯੂਜ਼ ਕਰਦੇ ਸੀ ਉਸ ਟਾਈਮ, ਓਰੀਜਨਲ 골ਡ ਦੇ ਲਈ ਉਵੇਂ 골ਡ ਲੀਫਿੰਗ ਵੀ ਯੂਜ਼ ਕੀਤੀ ਹੋਈ ਹੈ ਵਿੱਚ ਸਾਰੇ ਆਪਣੇ ਕੰਮ ਦੇ ਵਿੱਚ, ਇਹ ਸਾਰੇ 'ਚ। ਤੇ ਇਹ ਤੁਹਾਨੂੰ ਕਿਉਂ ਜ਼ਰੂਰੀ ਲੱਗਿਆ? ਕਿਉਂਕਿ 골ਡ ਪੇਂਟ ਵੀ ਤਾਂ ਮਿਲਦਾ ਹੈ। 골ਡ ਪੇਂਟ ਦੇ ਇੱਕ ਅਲੱਗ ਮੈਂ ਤੁਹਾਡਾ ਥਾਟ ਸਮਝਣਾ ਚਾਹੁੰਦੀ ਹਾਂ। 골ਡ ਪੇਂਟ ਦੀ ਜਿਹੜੀ ਹੁੰਦੀ ਉਹ ਲੁੱਕ ਅਲੱਗ ਆਉਂਦੀ, ਉਹ ਸਾਫ਼ ਪਤਾ ਲੱਗਦਾ ਕਿ ਉਹ ਪੇਂਟ ਆ। ਤੇ ਜੇ 골ਡ ਲੀਫਿੰਗ ਹੁੰਦੀ ਆ, ਉਹਦੇ ਓਰੀਜਨਲ 골ਡ ਤੇ ਆਰਟੀਫੀਸ਼ੀਅਲ 골ਡ ਵੀ ਹੁੰਦਾ ਉਹਦੇ ਵਿੱਚ, ਉਹਨਾਂ ਦੇ ਵਿੱਚ ਅਲੱਗ ਲੁੱਕ ਹੁੰਦੀ। ਪੁਰਾਣੇ ਟਾਈਮ ਦੇ ਵਿੱਚ ਕਿਲਿਆਂ ਦੇ ਵਿੱਚ ਓਰੀਜਨਲ 골ਡ ਹੀ ਯੂਜ਼ ਹੋਇਆ ਸਾਰੇ ਕਿਤੇ। ਤੇ ਹੁਣ ਅੱਜ ਕੱਲ ਨਹੀਂ ਇੰਨਾ ਕਿਸੇ ਦਾ ਬਜਟ ਹੁੰਦਾ ਕਿ ਓਰੀਜਨਲ 골ਡ ਲਗਵਾ ਲੈਣ, ਤਾਂ ਉਹ ਉਹਨਾਂ ਤੇ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਕੰਮ ਕਰਵਾਉਣਾ। ਹੁਣ ਜਿਵੇਂ ਇਹ ਉਹ ਇੱਕ ਕਿਲਾ ਬਣਾਉਣਾ ਚਾਹੁੰਦੇ ਨੇ ਤਾਂ ਇਹਦੇ ਡਿਜ਼ਾਈਨ ਫਿਰ ਉਵੇਂ ਦੇ ਹੀ ਹੋਣਗੇ, ਹੈ ਨਾ। ਸੋ ਤੁਸੀਂ ਆਪਣੀ ਡਿਜ਼ਾਈਨ ਕਿਵੇਂ ਤੈਅ ਕਰਦੇ ਹੋ ਵੀ ਇਹ ਬਿਲਡਿੰਗ ਇਦਾਂ ਦੀ ਹੈ, ਇਹਨੂੰ ਇਦਾਂ ਦੇ ਡਿਜ਼ਾਈਨ ਦੇਣੇ ਨੇ, ਜਾਂ ਤੁਹਾਨੂੰ ਹੁੰਦਾ ਵੀ ਬਿਲਡਿੰਗ ਚਾਹੇ ਜਿਹੜੀ ਮਰਜ਼ੀ ਹੋਵੇ ਤਾਂ ਅਸੀਂ ਜਿਹੜੇ ਪੁਰਾਣੀ ਆਰਟ ਜਿਹੜੀ ਚੱਲਦੀ ਆ ਰਹੀ ਆ ਉੱਦਾਂ ਦੇ ਡਿਜ਼ਾਈਨ ਕਰਨੇ ਨੇ? ਹਾਂਜੀ ਮੈਮ, ਉਹੀ ਗੱਲ ਆ ਕਿ ਆਪਾਂ ਜਿਵੇਂ ਵਿਜ਼ਿਟ ਬਹੁਤ ਕੀਤਾ ਪੁਰਾਣੇ ਕਿਲਿਆਂ ਤੇ ਇਹ ਵੀ ਇੱਕ ਕਿਲਾ ਹੀ ਬਣ ਰਿਹਾ। ਸਾਨੂੰ ਆਈਡੀਆਜ਼, ਸਾਡੇ ਥੋਟਸ ਉੱਥੋਂ ਹੀ ਕ੍ਰੀਏਟ ਹੋਏ ਆ ਸਾਰੇ।
ਤੇ ਉਹ ਤੋਂ ਬਾਅਦ ਉਹਨਾਂ ਤੋਂ ਆਈਡੀਆਜ਼ ਲੈਣੇ ਆ, ਉਹ ਤੋਂ ਬਾਅਦ ਕ੍ਰੀਏਟੀਵਿਟੀ ਉਹੀ ਹੈ ਕੰਟੀਨਿਊ ਕਰਨਾ, ਤੇ ਕ੍ਰੀਏਟੀਵਿਟੀ ਕੁਝ ਆਪਣੀ ਵੀ ਹੋਣੀ ਚਾਹੀਦੀ ਹੈ ਤੇ ਉਹ 'ਚ ਸਾਡਾ ਕਿ ਦਿਮਾਗ ਚੱਲਦਾ ਰਵੇ, ਹੈ ਨਾ। ਤੇ ਉਹਦੇ ਕਰਕੇ ਫਿਰ ਅਸੀਂ ਉਹਦੇ 'ਚ ਆਪਣੇ ਕ੍ਰੀਏਟੀਵਿਟੀਜ਼ ਪਾਉਂਦੇ ਆ, ਤੇ ਫਿਰ ਉਸ ਹਿਸਾਬ ਨਾਲ ਜਗ੍ਹਾ ਦੇ ਅਕੋਰਡਿੰਗ ਇਸ ਜਗ੍ਹਾ ਤੇ ਇਹ ਕੰਮ ਹੋ ਸਕਦਾ ਆ, ਜ਼ਰੂਰੀ ਹੈ ਕਰਨਾ, ਤੇ ਉਹ ਨਾਲ ਉਹਦੀ ਬਿਊਟੀ ਹੋਰ ਐਨਹੈਂਸ ਹੋਊਗੀ, ਉਹਦੇ ਅਕੋਰਡਿੰਗ ਫਿਰ ਆਪਾਂ ਕੰਮ ਕਰਦੇ ਹਾਂ ਅੱਗੇ। ਤੇ ਤੁਹਾਨੂੰ ਕਿੰਨਾ ਟਾਈਮ ਲੱਗਿਆ ਸੀਗਾ, ਜਾਂ ਕੋਈ ਵੀ ਇੱਕ ਪ੍ਰੋਜੈਕਟ ਜਦੋਂ ਤੁਸੀਂ ਕਰਨਾ, ਜਿਵੇਂ ਹੁਣ ਆਪਾਂ ਚਲੋ ਇੱਥੇ ਬੈਠੇ ਆ ਮੌਜੂਦਾ, ਤਾਂ ਇਹ ਪੂਰੀ ਡਿਊਟੀ ਨੂੰ ਤਿਆਰ ਕਰਨ ਲਈ ਤੁਹਾਨੂੰ ਕਿੰਨਾ ਸਮਾਂ ਲੱਗਿਆ ਸੀਗਾ? ਸਾਨੂੰ ਡੋਮ ਨੂੰ ਤਿਆਰ ਕਰਨ ਲੱਗੇ 2 ਮੰਥ ਲੱਗ ਗਏ ਵਾਲੇ ਨੂੰ, ਡੋਮ ਨੂੰ ਤਿਆਰ ਕਰਨ 'ਚ। ਹਾਂਜੀ, ਤੇ 1 ਮੰਥ ਸਾਨੂੰ ਇਹ ਵਾਲੇ ਡਿਜ਼ਾਈਨ ਨੂੰ ਲੱਗ ਗਿਆ। ਪਰ ਪੇਸ਼ੈਂਸ ਦਾ ਕੰਮ ਆ, ਹੌਲੀ ਹੌਲੀ ਹੁੰਦਾ ਡਿਜ਼ਾਈਨ, ਕੋਈ ਆਪਾਂ ਖਰਾਬ ਨਹੀਂ ਕਰ ਸਕਦੇ। ਜਿਹੜਾ ਮਿਨੀਏਚਰ ਕੰਮ ਹੋਊਗਾ ਹਮੇਸ਼ਾ ਨੇੜੇ ਤੋਂ ਜਾ ਕੇ ਹੀ ਜ਼ਿਆਦਾ ਪਤਾ ਲੱਗਦਾ ਆ, ਕਿਉਂਕਿ ਬਰੀਕ ਹੁੰਦਾ, ਆਪਾਂ ਦੂਰੋਂ ਅੱਖਾਂ ਨਾਲੋਂ ਦੇਖ ਨਹੀਂ ਸਕਦੇ ਕੰਮ ਜਿਹੜਾ ਨੇੜੇ ਜਾ ਕੇ ਦੇਖ ਸਕਦੇ ਆ। ਟਾਈਮ ਲੱਗ ਜਾਂਦਾ ਇਹ ਵਾਲੇ ਕੰਮ। ਇਹਦਾ ਪ੍ਰੋਸੈਸ ਕਾਫੀ ਲੰਬਾ ਚਲਾ ਜਾਂਦਾ, ਕਿਉਂਕਿ ਡਾਇਰੈਕਟ ਵਾਲ ਤੇ ਨਹੀਂ ਡਰਾਇੰਗ ਕਰ ਸਕਦੇ, ਕਿਉਂਕਿ ਸੇਮ ਇੱਕ ਸਾਈਡ ਜਿਹੜੀ ਚੀਜ਼ ਬਣੀ ਹੈ ਐਜ਼ ਇਟ ਇਜ਼ ਸੇਮ ਉਹੀ ਚੀਜ਼ ਦੂਜੀ ਸਾਈਡ ਬਣੂਗੀ। ਬਿਲਕੁਲ। ਸੋ ਉਹਦੇ ਲਈ ਪਹਿਲਾਂ ਆਪਾਂ ਨੂੰ ਟਰੇਸ ਪੇਪਰ ਤੇ ਡਰਾਇੰਗ ਕਰਨੀ ਪੈਂਦੀ ਹੈ। ਡਰਾਇੰਗ ਕਰਨ ਤੋਂ ਬਾਅਦ ਉੱਤੇ ਪਿਨਿੰਗ ਕਰਨੀ ਪੈਂਦੀ ਹੈ, ਨੀਡਲ ਨਾਲ ਪਿਨਿੰਗ ਹੁੰਦੀ ਆ, ਪਿਨਿੰਗ ਕਰਕੇ ਫਿਰ ਤੋਂ ਬਾਅਦ ਟਰੇਸ ਹੁੰਦਾ, ਨੀਲ ਨਾਲ ਜਾਂ ਕਿਸੇ ਵੀ ਚੀਜ਼ ਨਾਲ ਆਪਾਂ ਟਰੇਸ ਕਰਦੇ। ਟਰੇਸ ਕਰਨ ਤੋਂ ਬਾਅਦ ਉੱਤੇ ਦੁਬਾਰਾ ਡਰਾਇੰਗ ਹੁੰਦੀ ਆ, ਉਸ ਤੋਂ ਬਾਅਦ 'ਚ ਕਲਰਿੰਗ ਹੁੰਦੀ ਆ। ਅੱਛਾ। ਹਾਂਜੀ, ਤੇ ਇਹ ਪ੍ਰੋਸੈਸ ਬਹੁਤ ਲੰਬਾ ਚਲਾ ਜਾਂਦਾ। ਡਾਇਰੈਕਟ ਜੇ ਸਿਰਫ ਡਰਾਇੰਗ ਕਰਕੇ ਕਲਰ ਕਰਨਾ ਉਹ ਇੱਕ ਡਿਫਰੈਂਟ ਚੀਜ਼ ਹੁੰਦੀ ਹੈ, ਬਟ ਅਸੀਂ ਕਿਤੇ ਨਾ ਕਿਤੇ ਪੁਰਾਣਾ ਆਰਟ ਜਾਂ ਪੁਰਾਣਾ ਜਿਹੜਾ ਉਹਨਾਂ ਦਾ ਸਟਾਈਲ ਹੈ ਉਹ ਫੋਲੋ ਕਰਦੇ ਆ ਰਹੇ ਹਾਂ ਕਿ ਚੀਜ਼ਾਂ ਰਹਿਣ। ਮਤਲਬ ਉਹ ਜੇ ਅਸੀਂ ਕਿਸੇ ਨੂੰ ਦਿਖਾਈਏ ਸਮਝਾਈਏ ਵੀ ਤਾਂ ਉਹਨਾਂ ਨੂੰ ਪਤਾ ਲੱਗੇ ਅੱਛਾ ਹਾਂ ਇਸ ਤਰੀਕੇ ਨਾਲ ਚੀਜ਼ਾਂ ਹੁੰਦੀਆਂ ਰਹੀਆਂ ਤੇ ਐਂ ਅੱਗੇ, ਮਤਲਬ ਇਹ ਪ੍ਰੋਸੈਸ ਹੈ ਇਹਨਾਂ ਦਾ। ਤੇ ਜਿਹੜੇ ਇਹ ਕਲਰ ਤੁਸੀਂ ਯੂਜ਼ ਕੀਤੇ, ਤੁਸੀਂ ਆਪ ਬਣਾਉਂਦੇ ਹੋ ਰੰਗ, ਜਾਂ ਇਹ ਤੁਸੀਂ ਬਣੇ ਬਣਾਏ ਲੈ ਕੇ ਆਉਂਦੇ ਹੋ? ਇੱਥੇ ਤਾਂ ਆਪਾਂ ਨਹੀਂ ਯੂਜ਼ ਕਰ ਸਕੇ, ਕਿਉਂਕਿ ਪੁਰਾਣੇ ਜਿਹੜੇ ਉਹ ਕਲਰਸ ਬਹੁਤ ਜ਼ਿਆਦਾ ਕੋਸਟਲੀ ਪੈ ਜਾਂਦੇ, ਮਤਲਬ 50,000 ਦੇ ਕਿਲੋ ਦੇ ਆਸ-ਪਾਸ ਇੰਨਾ ਕਲਰ ਕੋਸਟਲੀ ਪੈ ਜਾਂਦਾ ਉਹ ਤਾਂ, ਤੇ ਉਹਨਾਂ ਨੂੰ ਤਿਆਰ ਕਰਨ 'ਚ ਵੀ ਬਹੁਤ ਜ਼ਿਆਦਾ ਲੰਬਾ ਟਾਈਮ ਚਲਾ ਜਾਂਦਾ। ਜੇ ਉਹ ਵਾਲੇ ਕਲਰਸ ਮੋਸਟਲੀ ਅੱਜ ਕੱਲ੍ਹ ਪੰਜਾਬ ਜਾਂ ਇੰਡੀਆ ਦੇ ਵਿੱਚ ਉੱਥੇ ਹੀ ਯੂਜ਼ ਕਰ ਰਹੇ ਆ ਲੋਕ, ਜਿੱਥੇ ਪੁਰਾਣੇ ਕੰਮ ਨੂੰ ਸਹੀ ਕਰਨਾ ਹੁੰਦਾ। ਅੱਛਾ। ਕਿਉਂਕਿ ਉਹ ਅੱਜ ਕੱਲ੍ਹ ਉਹ ਕੰਪਨੀਜ਼ ਵੀ ਆ ਗਈਆਂ, ਬਾਹਰਲੀਆਂ ਕੰਪਨੀਜ਼ ਜਿਹੜੀਆਂ ਉਹ ਕਲਰਸ ਰੈਡੀ ਕਰ ਦਿੰਦੀਆਂ, ਤੇ ਲੰਬਾ ਟਾਈਮ ਕਰਕੇ ਕੋਈ ਕੰਪਨੀ ਜਾਂ ਕੋਈ ਜਿਨ੍ਹਾਂ ਦਾ ਜਦੋਂ ਟੈਂਡਰ ਪਾਸ ਹੁੰਦਾ ਉਹ ਕਹਿੰਦੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ, ਤੁਸੀਂ ਦੂਸਰੇ ਕਲਰਸ ਯੂਜ਼ ਕਰੋ। ਕਿਲੇ ਦੇ ਵਿੱਚ ਅਸੀਂ ਜ਼ਰੂਰ ਯੂਜ਼ ਕਰਦੇ ਸੀਗੇ ਕਲਰਸ, ਉਹ ਵਾਲੇ ਪਿਗਮੈਂਟਸ ਕਲਰ ਖੁਦ ਰੈਡੀ ਕਰਕੇ। ਇੱਥੇ ਆਪਾਂ ਨੂੰ ਦੂਸਰੇ ਜਿਹੜੇ ਪਿਗਮੈਂਟਸ ਮਿਲਦੇ ਆ ਆਲਰੇਡੀ ਕੰਪਨੀ ਵੱਲੋਂ ਤਿਆਰ ਕੀਤੇ, ਇੱਥੇ ਉਹ ਯੂਜ਼ ਕੀਤੇ ਆ। ਤੇ ਇਸ ਤੋਂ ਇਲਾਵਾ ਤੁਸੀਂ ਪੰਜਾਬ 'ਚ ਹੋਰ ਕਿੱਥੇ ਕਿੱਥੇ ਕੰਮ ਕੀਤਾ, ਤੇ ਤੁਹਾਨੂੰ ਰਿਸਪੌਂਸ ਕੀ ਰਿਹਾ ਉਹਦਾ, ਤੇ ਅੱਗੇ ਕੀ ਕਰ ਰਹੇ ਹੋ? ਪੰਜਾਬ ਦੇ ਵਿੱਚ ਆਪਣੇ ਮੇਨ ਇਸ ਤਰ੍ਹਾਂ ਦਾ ਕੰਮ ਜੋ ਹੈਗਾ ਉਹ ਕਿਲ੍ਹਾ ਮੁਬਾਰਕ ਦੇ ਵਿੱਚ ਹੀ ਕੀਤਾ ਆਪਣੇ। ਕਿਲ੍ਹਾ ਮੁਬਾਰਕ 'ਚ ਆਪਣਾ ਸਾਲ ਤੋਂ 1.5 ਸਾਲ ਉੱਥੇ ਪ੍ਰੋਜੈਕਟ ਚੱਲਿਆ ਸੀਗਾ। ਅੱਛਾ। ਪੁਰਾਣੀਆਂ ਮਿਨੀਏਚਰ ਪੇਂਟਿੰਗ ਨੂੰ ਰੀਸਟੋਰ ਕੀਤਾ, ਉੱਤੇ ਕੈਨਵਸ ਪੇਂਟਿੰਗਸ ਪਈਆਂ ਸੀ ਮਹਾਰਾਜਾ ਦੀਆਂ, ਉਹਨਾਂ ਦੀ ਸਾਰੀ ਫੈਮਿਲੀਜ਼ ਦੀਆਂ, ਉਹ ਸਾਰੀਆਂ ਰੀਸਟੋਰ ਕੀਤੀਆਂ ਸੀਗੀਆਂ। ਤੇ ਬਾਕੀ ਮਾਡਰਨ ਆਰਟ ਦੇ ਵਿੱਚ ਕੰਮ ਕੀਤਾ ਹੋਇਆ, ਬਟ ਸਾਨੂੰ ਇਹ ਹੈ ਕਿ ਅਸੀਂ ਅੱਗੇ ਇਸ ਕੰਮ ਨੂੰ ਲੈ ਕੇ ਆਈਏ ਤਾਂ ਕਿ ਆਪਣੇ ਪੁਰਾਣਾ ਕੰਮ ਬਚਿਆ ਰਹੇ, ਲੋਕਾਂ ਨੂੰ ਪਤਾ ਲੱਗੇ ਕਿ ਇੰਡੀਅਨ ਆਰਟ ਕੀ ਸੀ, ਇੰਡੀਆ ਦਾ ਮਿਨੀਏਚਰ ਕਿਵੇਂ ਸ਼ੁਰੂਆਤ ਹੋਈ ਆ, ਕਿਹੜੇ ਆਰਟਿਸਟ ਸੀਗੇ ਪੁਰਾਣੇ ਕੰਮ ਕਰਦੇ, ਉਹ ਲੋਕਾਂ ਨੂੰ ਉਹਦੇ ਬਾਰੇ ਪਤਾ ਚੱਲੇ। ਮਾਡਰਨ ਆਰਟ ਦੇ ਵਿੱਚ ਆਪਾਂ ਨੇ ਚੰਡੀਗੜ੍ਹ ਵੀ ਕੀਤਾ ਹੋਇਆ ਕੰਮ, ਜਿਹੜੇ ਹੈਗੇ ਕੈਫੇਜ਼ ਹੋ ਗਏ ਜਾਂ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ ਹੋਇਆ। ਮੇਲਾ ਵੀ ਸ਼ੀਸ਼ ਮਹਿਲ ਜੀ, ਸ਼ੀਸ਼ ਮਹਿਲ 'ਚ ਆਪਣੇ ਇੱਥੇ ਪਟਿਆਲੇ ਮੇਲਾ ਲੱਗਦਾ ਹੁੰਦਾ ਹਰ ਸਾਲ, ਸਰਸ ਮੇਲਾ। ਹਾਂਜੀ, ਨਹੀਂ ਕ੍ਰਾਫਟ ਮੇਲਾ ਲੱਗਦਾ ਉੱਥੇ, ਤੇ ਉਹਦਾ ਸਾਰਾ ਕ੍ਰਾਫਟ ਦਾ ਜਿਹੜਾ ਡਿਜ਼ਾਈਨਿੰਗ ਸੀਗੀ ਉਹ ਆਪਾਂ ਕੀਤੀ ਸੀ, ਐਂਟਰੀ ਗੇਟ ਵਗੈਰਾ ਜੋ ਵੀ ਸੀਗਾ ਉਹ ਫਸਟ ਟਾਈਮ ਹੋਇਆ ਸੀਗਾ। ਕਿ ਆਪਣੇ ਜਿਹੜੇ ਇੱਥੇ ADC ਮੈਮ ਸੀਗੇ ਉਸ ਟਾਈਮ, ਤੇ ਉਹਨਾਂ ਨੂੰ ਸੀਗਾ ਕਿ ਮੈਂ ਇੱਥੇ ਇੱਕ ਆਰਟ ਵਰਕ ਕਰਵਾਉਣਾ ਚਾਹੁੰਦੀ, ਲੋਕਾਂ ਨੂੰ ਦਿਖਾਉਣਾ ਚਾਹੁੰਦੀ ਕਿ ਕਲਾ ਕੀ ਆ, ਵੀ ਉਹਨਾਂ ਨੂੰ ਸ਼ੌਂਕ ਸੀਗਾ ਖੁਦ ਨੂੰ। ਉਹ ਲੈ ਕੇ ਆਏ ਕਿ ਕੰਮ ਤੁਸੀਂ ਹੀ ਕਰੋਗੇ ਤੇ ਮੈਨੂੰ ਲੈਵਲ ਦਾ ਕੰਮ ਚਾਹੀਦਾ ਇੱਥੇ। ਅੱਛਾ। ਤੇ ਅਸੀਂ ਉਹ ਕੰਮ 12 ਦਿਨਾਂ ਦੇ ਵਿੱਚ ਦਿਨ ਰਾਤ ਲਗਾ ਕੇ ਕੰਪਲੀਟ ਕਰਤਾ। 5 ਆਰਟਿਸਟ ਨੇ ਕੰਮ ਕੀਤਾ ਸੀਗਾ ਉਦੋਂ, ਸਾਰੇ ਮੇਲੇ ਦਾ ਡਿਜ਼ਾਈਨਿੰਗ ਕੀਤੀ ਸੀਗੀ ਸਾਰੀ ਕ੍ਰਾਫਟ ਦੀ। ਐਂਟਰੀ ਗੇਟ ਆਪਣੇ ਇੱਥੇ ਪੰਜਾਬ 'ਚ ਕਿਸੇ ਮੇਲੇ ਦਾ ਫਸਟ ਟਾਈਮ ਜਿਹੜਾ ਖੁਦ ਰੈਡੀ ਕੀਤਾ ਹੋਇਆ, ਮਸ਼ੀਨ ਨਹੀਂ ਕੁਛ ਨਹੀਂ ਸੀ, ਹੱਥ ਨਾਲ ਸਾਰਾ ਰੈਡੀ ਕੀਤਾ ਸੀ ਉਹ। ਐਂਟਰੀ ਗੇਟ ਕਾਫੀ ਵੱਡਾ ਸੀ, 50 ਤੋਂ 56 ਫੁੱਟ ਵੱਡਾ ਗੇਟ ਸੀਗਾ ਉਹ। ਅੱਛਾ। ਹਾਂਜੀ। ਤੇ ਪੰਜਾਬ 'ਚ ਤੁਹਾਡੇ ਤੋਂ ਇਲਾਵਾ ਹੋਰ ਕੁੜੀਆਂ ਇਹ ਕੰਮ ਕਰ ਰਹੀਆਂ ਨੇ, ਜਾਂ ਆਪਣੀ ਜਨਰੇਸ਼ਨ ਦੇ ਵਿੱਚੋਂ? ਫ੍ਰੀਲਾਂਸ ਬਹੁਤ ਘੱਟ ਨੇ, ਕਿਉਂਕਿ ਹਰੇਕ ਨੂੰ ਹੁੰਦਾ ਕਿ ਆਪਾਂ ਇੱਕ ਜੌਬ ਕਰ ਲਈਏ, ਸੈਲਰੀ ਆਉਂਦੀ ਰਹੂਗੀ, ਆਪਣਾ ਲਾਈਫ ਸਟਾਈਲ ਠੀਕ ਰਹੂਗਾ, ਸੇਫ ਸਾਈਡ ਚੱਲਦੇ ਆ ਹਰੇਕ ਨੂੰ। ਫ੍ਰੀਲਾਂਸ ਬਹੁਤ ਘੱਟ ਆਰਟਿਸਟ ਨੇ, ਕੁੜੀਆਂ ਖਾਸ ਕਰਕੇ ਬਹੁਤ ਘੱਟ ਨੇ। ਮਿਨੀਏਚਰ ਦੇ ਵਿੱਚ ਜਾਂ ਜਿਹੜਾ ਫਰੈਸਕੋ ਇਹ ਵਾਲਾ ਟੈਕਨੀਕਸ 'ਚ ਕੰਮ ਕਰਨਾ, ਇਹ ਵੀ ਤੇ ਬਹੁਤ ਘੱਟ ਹੈਗੇ ਆਰਟਿਸਟ, ਇਹਨੂੰ ਅੱਗੇ ਨਹੀਂ ਲੈ ਕੇ ਆ ਰਹੇ ਜਾਂ ਪਤਾ ਹੀ ਨਹੀਂ ਹਜੇ, ਕਿਉਂਕਿ ਇਹਦੀ ਸਟੱਡੀ ਨਹੀਂ ਹੈ। ਕਿਸੇ ਨੂੰ ਆਰਟ ਕਾਲਜ ਦੇ ਵਿੱਚ ਵੀ ਮਿਨੀਏਚਰ ਦੀ ਸਟੱਡੀ ਨਹੀਂ ਹੈ, ਆਪਣੇ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਆ। ਤਾਂ ਬਹੁਤ ਸਾਰੇ ਆਰਟਿਸਟ ਨੂੰ ਇਸ ਬਾਰੇ ਪਤਾ ਵੀ ਨਹੀਂਗਾ ਵੀ ਇਹਦਾ ਟੈਕਨੀਕਸ ਕੀ ਆ, ਕਿਵੇਂ ਕੰਮ ਕਰ ਸਕਦੇ ਆ।
ਇਹਨੂੰ ਅੱਗੇ ਨਹੀਂ ਲੈ ਕੇ ਆ ਰਹੇ ਹੈਗੇ। ਆਪਣੇ ਰਾਜਸਥਾਨ ਦੇ ਵਿੱਚ ਇਹ ਕੰਮ ਹੁੰਦਾ ਹੈ, ਉਧਰ ਮੋਸਟਲੀ ਇਹੀ ਕੰਮ ਹੁੰਦਾ, ਪੰਜਾਬ ਵਿੱਚ ਬਹੁਤ ਘੱਟ ਹੈ। ਤੁਸੀਂ ਆਪਣੇ ਵੱਲੋਂ ਸਾਡੀ ਗਵਰਨਮੈਂਟ ਨੂੰ, ਕਿਉਂਕਿ ਨਵੀਂ ਗਵਰਨਮੈਂਟ ਆਈ ਆ ਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਬਦਲਾਅ ਚਾਹੁੰਦੇ ਆ ਤੇ ਬਦਲਾਅ ਲੈ ਕੇ ਵੀ ਆਵਾਂਗੇ, ਜਾਂ ਫਿਰ ਪੰਜਾਬ ਦੇ ਸਾਡੇ ਆਪਣੇ ਲੋਕਾਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਇਹੀ ਰਿਕੁਐਸਟ ਕਰਨੀ ਹੈ ਕਿ ਸਾਡੇ ਕੋਲ ਸਾਡੇ ਪੰਜਾਬ 'ਚ ਬਹੁਤ ਕੁਝ ਪਿਆ, ਬਹੁਤ ਪੁਰਾਣਾ ਇੰਨਾ ਕੁ ਆਰਟ ਪਿਆ ਕਿ ਅਸੀਂ ਉਹਨੂੰ ਰਿਸਟੋਰ ਕਰਦੇ ਕਰਦੇ ਥੱਕ ਜਾਵਾਂਗੇ, ਪਰ ਉਹ ਆਰਟ ਨਹੀਂ ਖਤਮ ਹੋਣਾ। ਤੇ ਉਹ ਆਰਟ ਨਾਲ ਸਾਨੂੰ ਇੰਨਾ ਕੁ ਕੁਝ ਸਿੱਖਣ ਨੂੰ, ਸਮਝਣ ਨੂੰ ਤੇ ਪੜ੍ਹਨ ਨੂੰ ਮਿਲੂਗਾ। ਸਾਡੀ ਸੋਚ ਚੇਂਜ ਹੋ ਜੂ, ਸਾਡੀ ਯੂਥ ਦੀ ਬਹੁਤ ਸੋਚ ਚੇਂਜ ਹੋਊਗੀ, ਪੇਸ਼ੈਂਸ ਲੈਵਲ ਵੱਧ ਜੂਗਾ, ਕਲਾਕਾਰ ਨੂੰ ਕੰਮ ਮਿਲ ਜੂਗਾ ਤੇ ਇੰਨੇ ਕੁ ਜ਼ਿਆਦਾ ਚੇਂਜਸ ਆ ਜਾਣਗੇ ਕਲਾਕਾਰ ਲਈ ਇੱਕ ਪੰਜਾਬ 'ਚ, ਤੇ ਕਿ ਮਤਲਬ ਗੌਰਮੈਂਟ ਨੂੰ ਵੀ ਬਿਲੀਵ ਨਹੀਂ ਹੋਊਗਾ ਕਿ ਅੱਛਾ ਇੱਕ ਕਲਾ ਕਰਕੇ ਵੀ ਮਤਲਬ ਇੱਕ ਆਰਟਿਸਟ 'ਚ ਸਿਰਫ ਉਹਨੂੰ ਇੱਕ ਕਲਾ ਮਿਲ ਗਈ, ਉਹਨੂੰ ਇੱਕ ਜਗ੍ਹਾ ਮਿਲ ਗਈ, ਇੱਕ ਸਪੇਸ ਦਿੱਤੀ ਅਸੀਂ ਕੰਮ ਕਰਨ, ਤੇ ਇੰਨਾ ਕੁ ਚੇਂਜ ਆ ਸਕਦਾ। ਉਹਨਾਂ ਲਈ ਇੱਕ ਬਹੁਤ ਵੱਡਾ ਚੇਂਜ ਹੋਊਗਾ, ਸਾਡੇ ਲਈ ਵੀ ਹੋਊਗਾ। ਤੇ ਆਰਟ ਨੂੰ ਜਸਟ ਇੱਕ ਪੈਸੇ ਦਾ ਸਾਧਨ ਨਾ ਬਣਾ ਕੇ, ਹੈ ਨਾ, ਤੇ ਉਸ ਚੀਜ਼ ਨੂੰ ਥੋੜਾ ਜਿਹਾ ਇੱਕ ਆਰਟਿਸਟ ਲਈ ਸੋਚਣ ਤੇ ਇੱਕ ਕਲਾਕਾਰ ਨੂੰ ਡਾਇਰੈਕਟ ਕੰਟੈਕਟ ਕਰਨ ਕਿ ਜੇ ਉਹਨਾਂ ਨੇ ਕੋਈ ਵੀ ਕੰਮ ਕਰਵਾਉਣਾ, ਕਿਸੇ ਵੀ ਜਗ੍ਹਾ ਕੰਮ ਕਰਵਾਉਣਾ ਜਾਂ ਸਰਕਾਰੀ ਜਗ੍ਹਾ ਤੇ ਕੰਮ ਕਰਵਾਉਣਾ, ਤਾਂ ਡਾਇਰੈਕਟ ਇੱਕ ਆਰਟਿਸਟ ਨਾਲ ਗੱਲ ਕਰਨ ਵੀ ਅੱਛਾ ਇੱਥੇ ਲੋੜ ਹੈਗੀ ਆ ਕੰਮ ਕਰਨ ਦੀ, ਕਿਉਂਕਿ ਆਪਣੇ ਪੰਜਾਬ 'ਚ ਜਗ੍ਹਾ ਹੈਗੀ ਆ, ਕਿਲੇ ਇਹੋ ਜਿਹੇ ਪਏ ਆ ਜਿੱਥੇ ਲੋੜ ਵੀ ਨਹੀਂ ਹੈਗੀ, ਤੇ ਜਸਟ ਸਿਰਫ ਇਨਕਮ ਲਈ ਉੱਥੇ ਕੰਮ ਕੀਤਾ ਜਾ ਰਿਹਾ। ਬਿਲਕੁਲ, ਜਿੱਥੇ ਜ਼ਰੂਰਤ ਬਿਲਕੁਲ ਵੀ ਨਹੀਂ ਹੈਗੀ, ਤੇ ਜਿੱਥੇ ਜ਼ਰੂਰਤ ਹੈਗੀ ਉੱਥੇ ਵਾਈਟ ਵਾਸ਼ ਹੋ ਰਿਹਾ। ਤੇ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਰੁਕ ਜਾਣ ਤੇ ਇੱਕ ਆਰਟਿਸਟ ਨੂੰ ਕੰਮ ਮਿਲੇ, ਡਾਇਰੈਕਟ ਉਹਨਾਂ ਨਾਲ ਕੰਟੈਕਟ ਕਰਨ। ਬਿਲਕੁਲ, ਹਾਂਜੀ। ਸੋ ਬਹੁਤ ਸ਼ੁਕਰੀਆ, ਤੁਸੀਂ ਕੰਮ ਕਰ ਰਹੇ ਸੀ ਇੱਥੇ ਪਰ ਸਾਨੂੰ ਸਮਾਂ ਦਿੱਤਾ, ਗੱਲਬਾਤ ਸਾਡੇ ਨਾਲ ਕੀਤੀ, ਤੇ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਨੇ। ਤੁਹਾਡਾ ਸਫ਼ਰ ਬਹੁਤ ਸੋਹਣਾ ਤੇ ਬਹੁਤ ਲੰਮਾ ਹੋਵੇ। ਥੈਂਕ ਯੂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਇਹ ਸਨ ਸਾਡੇ ਨਾਲ ਰੰਗ ਟੋਲਾ ਤੋਂ ਮਾਇਰਾ ਅਤੇ ਫਨਕਾਰੀ ਕੌਰ। ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਕੰਮ ਦੇਖੋਗੇ ਤਾਂ ਤੁਹਾਨੂੰ ਬਹੁਤ ਘੱਟ ਲੱਭੂਗਾ, ਕਿਉਂਕਿ ਉਹ ਅਸਲ ਦੇ ਵਿੱਚ ਬਹੁਤ ਕੰਮ ਕਰਦੀਆਂ ਨੇ ਤੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਦਾ ਉਹਨਾਂ ਨੂੰ ਮੌਕਾ ਘੱਟ ਮਿਲਦਾ। ਪਰ ਫਿਰ ਵੀ ਤੁਸੀਂ ਇਹਨਾਂ ਦਾ ਕੰਮ ਰੰਗ ਟੋਲਾ ਨਾਂ ਦਾ ਇੱਕ ਪੇਜ ਆ ਇੰਸਟਾਗ੍ਰਾਮ ਤੇ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਬਾਕੀ ਇਹਨਾਂ ਦੀ ਆਪਣੀ ਪ੍ਰੋਫਾਈਲ ਦੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋ। ਕਿਲ੍ਹਾ ਮੁਬਾਰਕ ਜੇ ਤੁਹਾਨੂੰ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਦੇਖ ਸਕਦੇ ਹੋ। ਕਿਲ੍ਹਾ ਸੈਫਦੀਪੁਰ ਆ ਕੇ ਤੁਸੀਂ ਇਹਨਾਂ ਦਾ ਕੰਮ ਦੇਖ ਸਕਦੇ ਹੋ। ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਆ ਕਿ ਕੁੜੀਆਂ ਦਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਇਹਨਾਂ ਕੁੜੀਆਂ ਨੂੰ ਹੱਲਾਸ਼ੇਰੀ ਦੇਣੀ ਬਣਦੀ ਆ। ਤੇ ਦੂਸਰਾ ਇਹ ਕੰਮ ਵੀ ਉਹ ਕਰ ਰਹੀਆਂ ਨੇ ਜਿਹੜਾ ਕਿ ਸਾਡੇ ਸਾਰਿਆਂ ਦੇ ਹੀ ਚੰਗੇ ਲਈ ਆ, ਸਾਰਿਆਂ ਦੀ ਭਲਾਈ ਦੇ ਲਈ ਆ। ਬਹੁਤ ਸਾਰੀਆਂ ਇਹੋ ਜਿਹੀਆਂ ਇਮਾਰਤਾਂ ਸਾਂਭੀਆਂ ਜਾ ਸਕਦੀਆਂ ਨੇ ਇਹਨਾਂ ਦੀ ਕਲਾ ਦੇ ਜ਼ਰੀਏ, ਜਿਹੜੀਆਂ ਕਿ ਜਾਂ ਤਾਂ ਖੰਡਰ ਬਣ ਗਈਆਂ ਨੇ ਜਾਂ ਫਿਰ ਬਿਲਕੁਲ ਖੰਡਰ ਬਣਨ ਵਾਲੀਆਂ ਨੇ। ਸੋ ਪੰਜਾਬ ਗਵਰਨਮੈਂਟ ਵੀ ਇਹੀ ਕਹਿੰਦੀ ਹੈ ਕਿ ਅਸੀਂ ਕੁਛ ਨਵਾਂ ਕਰਨਾ ਆ, ਅਸੀਂ ਬਦਲਾਅ ਲੈ ਕੇ ਆਏ ਹਾਂ। ਪੰਜਾਬ ਟੂਰਿਜ਼ਮ ਮਿਨਿਸਟਰ ਨੂੰ ਵੀ ਅਸੀਂ ਇਹੀ ਬੇਨਤੀ ਕਰਾਂਗੇ ਕਿ ਕੁਛ ਇੱਦਾਂ ਦੇ ਕਲਾਕਾਰ ਜਿਹੜੇ ਹਲੇ ਵੀ ਪੰਜਾਬ 'ਚ ਬਚੇ ਹੋਏ ਨੇ, ਇਹ ਕੰਮ ਕਰਦੇ ਨੇ, ਤਾਂ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਉਹਨਾਂ ਨੂੰ ਸਹਿਯੋਗ ਦਿੱਤਾ ਜਾਵੇ ਤੇ ਉਹਨਾਂ ਦੀ ਕਲਾ ਤੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਂਭ ਸਕਦੇ ਹਾਂ। ਸੋ ਇਹ ਸਾਡੀ ਖਾਸ ਇੰਟਰਵਿਊ ਅੱਜ ਮਾਇਰਾ ਅਤੇ ਫਨਕਾਰੀ ਕੌਰ ਹੋਰਾਂ ਦੇ ਨਾਲ ਸੀ। ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ। ਫਿਰ ਮਿਲਦੇ ਹਾਂ। ਫਿਲਹਾਲ ਦੇ ਲਈ ਇਜਾਜ਼ਤ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ।